ਕੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਇਨਸਾਫ ਦੀ ਗੁਹਾਰ ਜਾਇਜ਼ ਆ? ਦੋ ਕਤਲ ਜਿਹੜੇ ਸਬੂਤ ਕਿਵੇਂ ਗਾਇਬ ਹੋ ਗਏ? ਦੋ ਜਿਹੜੇ ਗੈਂਗਸਟਰ ਸੀ ਉਹਨਾਂ ਦਾ ਕਤਲ ਕਿਵੇਂ ਹੋ ਗਿਆ? ਜਿੱਦਾਂ ਕਾਂਗਰਸ ਪਾਰਟੀ ਵਾਲੇ ਨਾਲ ਚਲੇ ਗਏ ਨਾ, ਸ਼ਾਇਦ ਉਹਨਾਂ ਨੇ ਲਵਾਇਆ ਹੈ ਸਰਕਾਰ ਦੇ ਖਿਲਾਫ। ਇਹ ਗੱਲ ਲੋਕਾਂ ਦੇ ਵਿੱਚ ਮੈਸੇਜ ਗਿਆ ਹੈ ਵੀ ਇਹਨੂੰ ਕਾਂਗਰਸ ਪਾਰਟੀ ਹੈਂਡਲ ਕਰਨ ਲਈ ਹੈ ਜੀ। ਉਹ ਨਹੀਂ ਤਾਂ ਇੰਨਾ ਬੁਰਾ ਹਾਲ ਹੈ ਸੰਧੂ ਸਾਹਿਬ, ਕੋਈ ਔਰਤ ਨਾ ਆਪਦਾ ਪਰਸ ਪਾ ਕੇ ਨਹੀਂ ਤੁਰ ਸਕਦੀ ਹੈ ਜੀ, ਝਪਟ ਮਾਰਦੇ ਆ। ਤੇ ਤੁਸੀਂ ਉਹ ਟੌਫੀ ਮੰਗਦਾ, ਤੁਸੀਂ ਉਹਦੀ ਟੌਫੀ ਹੱਥ ਤੇ ਧਰੋ ਤੇ ਫੇਰ ਉਹਨੂੰ ਪੁੱਛੋ ਵੀ ਤੂੰ ਕਿਉਂ ਹੁਣ ਰੋਣਾ। ਤੇ ਕਿ ਮਤਲਬ ਵੀ ਇੰਨਾ ਕਈ ਵਾਰ ਬੰਦਾ ਭਾਵੁਕ ਵੀ ਹੋ ਕੇ ਕੁਝ ਵੀ ਕਰ ਸਕਦਾ। ਉਹਨਾਂ ਦੀਆਂ ਮੰਗਾਂ ਜਾਇਜ਼ ਆ, ਬਿਲਕੁਲ ਠੀਕ ਹੈ ਉਹ ਜੋ ਕਰ ਰਹੇ ਆ ਠੀਕ ਹੈ। ਇਹ ਸਰ ਜਿਹੜਾ ਸਾਡੇ ਦੇਸ਼ ਦਾ ਪੋਲੀਟੀਸ਼ੀਅਨ ਹੈ, ਇਹ ਕਰਪਟ ਤੇ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਹੋ ਚੁੱਕਿਆ। नमस्कार, अस्सलाम वालेकुम, सत श्री अकाल। मैं हाँ कमर संधू। इस वे नॉर्थ अमेरिका है मंगलवार की शाम, भारत च बुधवार की सवेर, नानकशाही संमत 554 फगण की 24 तरीक है। और तुसी देख रहे जे तुहाडा अपना शो हैलो ग्लोबल पंजाब। ये शो ग्लोबल पंजाब टीवी ते चैनल पंजाबी ते इस वे लाइव टैलीकास्ट है। असीं इस वे ग्लोबल पंजाब टीवी के फेसबुक पेज के उपर भी लाइव है और इनू मेरे परसनल फेसबुक पेज उपर क्रॉस पोस्ट भी किया जा रहा। OTT प्लेटफॉर्म जियो TV ਤੇ ਡੇਲੀ ਹੰਟ ਉੱਪਰ ਵੀ ਇਸ ਪ੍ਰੋਗਰਾਮ ਨੂੰ ਤੁਸੀਂ ਦੇਖ ਸਕਦੇ ਜੇ। ਇਹਨਾਂ ਐਪਸ ਨੂੰ ਡਾਊਨਲੋਡ ਕਰਨਾ ਹੋ ਪ੍ਰੋਗਰਾਮ ਦੇਖਣ ਵਾਸਤੇ। ਕਾਲ ਇਨ ਸ਼ੋ ਆ, ਤੁਸੀਂ ਕਾਲ ਕਰ ਸਕਦੇ ਜੇ। ਜਿਹੜਾ ਵੀ ਮਸਲਾ ਅਸੀਂ ਡਿਸਕਸ ਕਰ ਰਹੇ ਹਾਂ ਉਹਦੇ ਤੇ ਆਪਣੇ ਵਿਚਾਰ ਕਾਲ ਕਰਕੇ ਸਾਂਝੇ ਕਰ ਸਕਦੇ ਜੇ, ਜਾਂ ਫਿਰ ਗਲੋਬਲ ਪੰਜਾਬ ਟੀਵੀ ਦੇ ਫੇਸਬੁੱਕ ਪੇਜ ਦੇ ਉੱਪਰ ਆਪਣੇ ਕਮੈਂਟਸ ਪੋਸਟ ਕਰੋ। ਉਹ ਅਸੀਂ ਕਮੈਂਟਸ ਸ਼ੋ ਦੇ ਵਿੱਚ ਸਾਂਝੇ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਤੁਹਾਡਾ ਆਪਣਾ ਸ਼ੋ ਆ, ਸੋ ਕੋਸ਼ਿਸ਼ ਕਰਿਓ ਜੇ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਸਾਡੇ ਨਾਲ ਸ਼ੇਅਰ ਕਰ ਸਕੋ। ਅੱਜ ਆਪਾਂ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਕਤਲकांड ਦੀ ਗੱਲ ਕਰਾਂਗੇ। ਇਹ ਮਸਲਾ ਹਾਲੀ ਵੀ ਰਿੜਕ ਰਿਹਾ ਵਾ। ਕੱਲ ਇਸ ਮਸਲੇ ਨੂੰ ਲੈ ਕੇ ਔਰ ਇਨਸਾਫ ਦੀ ਗੁਹਾਰ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਵਿਧਾਨ ਸਭਾ ਪਰਿਸਰ ਦੇ ਬਾਹਰ ਧਰਨਾ ਦਿੱਤਾ। ਉਹ ਮੰਗ ਕਰ ਰਹੇ ਸਨ ਕਿ ਇਸ ਦੇ ਉੱਪਰ ਹਾਲੀ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਔਰ ਇਹਦੇ 'ਚ ਇਸ ਜਿਹੜਾ ਧਰਨਾ ਉਹਨਾਂ ਨੇ ਦਿੱਤਾ ਸੀ, ਉੱਥੇ ਕੁਝ ਕਾਂਗਰਸ ਦੇ ਲੀਡਰ ਵੀ ਹਾਜ਼ਰ ਸਨ। ਕਾਂਗਰਸ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ, ਔਰ ਹੋਰ ਨੇਤਾ ਵੀ ਉੱਥੇ ਹਾਜ਼ਰ ਸਨ। ਬਾਅਦ ਦੁਪਹਿਰ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਪੰਜਾਬ ਦੇ ਮੰਤਰੀ ਨੇ, ਉਹ ਉਹਨਾਂ ਨੂੰ ਮਿਲੇ। ਮਾਪਿਆਂ ਨੂੰ ਮਿਲ ਕੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਨਸਾਫ ਦੇਣ ਦੀ, ਔਰ 20 ਤਰੀਕ ਤੋਂ ਬਾਅਦ 20 ਮਾਰਚ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਵੀ ਤੁਹਾਨੂੰ ਮਿਲਣਗੇ। ਉਹ ਉਦੋਂ ਤੱਕ ਸੈਸ਼ਨ ਦੇ ਵਿੱਚ ਔਰ G20 ਮੀਟਿੰਗਾਂ ਦੇ ਵਿੱਚ ਬਿਜ਼ੀ ਨੇ। ਉਸ ਤੋਂ ਬਾਅਦ ਉਹਨਾਂ ਨੇ ਧਰਨਾ ਚੁੱਕ ਲਿਆ। ਪਰ ਪੁਆਇੰਟ ਇਹ ਆ ਕਿ ਇਹ ਮਸਲਾ ਜਿਹੜਾ ਵਾ ਆਲਮੋਸਟ 7-8 ਮਹੀਨੇ ਨੂੰ ਹੋ ਗਏ ਆ, 8 ਮਹੀਨੇ ਤੋਂ ਵੱਧ ਹੋ ਗਏ ਆ, ਪਰ ਹਾਲੀ ਵੀ ਇਹ ਮਸਲਾ ਕਿਉਂ ਰਿੜਕ ਰਿਹਾ ਵਾ? ਕੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਇਨਸਾਫ ਦੀ ਗੁਹਾਰ ਜਾਇਜ਼ ਆ? ਇਹਦੇ ਤੇ ਆਪਾਂ ਅੱਜ ਵਿਚਾਰ ਚਰਚਾ ਕਰਾਂਗੇ। 4-5 ਗੱਲਾਂ ਦੀ ਉਹ ਮੰਗ ਕਰ ਰਹੇ ਨੇ ਸਿੱਧੂ ਮੂਸੇਵਾਲਾ ਦੇ ਮਾਪੇ। ਬਲਕਾਰ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਆ, ਚਰਨ ਕੌਰ ਉਹਨਾਂ ਦੀ ਮਾਤਾ ਦਾ ਨਾਮ ਆ, ਤੁਹਾਨੂੰ ਪਤਾ ਹੀ ਆ। ਉਹ ਕਹਿ ਰਹੇ ਨੇ ਕਿ ਉਹਨਾਂ ਦੇ ਪੁੱਤ ਦੇ ਕਤਲ ਦੇ ਜਿਹੜੇ ਮੁੱਖ ਸਾਜ਼ਿਸ਼ਕਰਤਾ ਨੇ ਉਹ ਹਾਲੀ ਵੀ ਫਰਾਰ ਨੇ। ਉਹਨਾਂ ਕਿਹਾ ਕਿ ਉਹਨਾਂ 5 ਲੋਕਾਂ ਦੇ ਨਾਂ ਦਿੱਤੇ ਹੋਏ ਪੁਲਿਸ ਨੂੰ, ਲੇਕਿਨ ਉਹਨਾਂ ਲੋਕਾਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ। ਜਾਂਚ ਏਜੰਸੀਆਂ ਨੇ ਕੋਈ ਠੋਸ ਕਦਮ ਹਾਲੇ ਤੱਕ ਨਹੀਂ ਚੁੱਕੇ। ਇਹ ਬਲਕਾਰ ਸਿੰਘ ਦਾ ਔਰ ਮਾਤਾ ਚਰਨ ਕੌਰ ਦਾ ਕਹਿਣਾ ਵਾ, ਔਰ ਉਹਨਾਂ ਨੇ ਮੰਗ ਕੀਤੀ ਆ ਕਿ ਇਹਦੀ ਜਾਂਚ CBI ਨੂੰ ਸੌਂਪ ਦਿੱਤੀ ਜਾਵੇ। ਉਹਨਾਂ ਇਹ ਵੀ ਕਿਹਾ ਕਿ ਜੋ ਗੋਇੰਦਵਾਲ ਜੇਲ੍ਹ ਦੇ ਵਿੱਚ 2 ਗੈਂਗਸਟਰਸ ਦਾ ਕਤਲ ਹੋਇਆ ਵਾ, ਉਹ ਵੀ ਜਿਹੜੇ ਸਬੂਤ ਆ ਉਹਨਾਂ ਨੂੰ ਮਿਟਾਉਣ ਦੀ ਇੱਕ ਸਾਜ਼ਿਸ਼ ਇਹ ਕਰੀ ਗਈ ਆ, ਕਿਉਂਕਿ ਉਹਦੇ ਨਾਲ ਐਵੀਡੈਂਸ ਜਿਹੜਾ ਵਾ, ਇਹ ਕੇਸ ਦਾ ਐਵੀਡੈਂਸ ਉਹ ਕਮਜ਼ੋਰ ਹੁੰਦਾ ਵਾ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਬਾਰ-ਬਾਰ ਧਮਕੀਆਂ ਮਿਲ ਰਹੀਆਂ ਨੇ। ਜਦੋਂ ਉਹਨਾਂ ਨੇ ਇਹ ਕਿਹਾ ਤੇ ਥੋੜ੍ਹੀ ਦੇਰ ਬਾਅਦ ਮਾਨਸਾ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। SSP ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਕਿਹਾ ਕਿ ਇੱਕ 14 ਸਾਲ ਦਾ ਰਾਜਸਥਾਨ ਦਾ ਰਹਿਣ ਵਾਲਾ ਇੱਕ 10ਵੀਂ ਦਾ ਜਿਹੜਾ ਵਿਦਿਆਰਥੀ ਆ, ਉਹਨੂੰ ਗ੍ਰਿਫਤਾਰ ਕਰ ਲਿਆ ਵਾ। ਉਹ ਫੋਨ ਕਰਕੇ ਇਹ ਧਮਕੀਆਂ ਦੇ ਰਿਹਾ ਸੀ। ਉਹ ਪਿੰਡ ਡਾਂਗੀਆਵਾਸ ਦਾ ਰਹਿਣ ਵਾਲਾ ਵਾ, ਜੋਧਪੁਰ ਜ਼ਿਲ੍ਹੇ ਦੇ ਵਿੱਚ, ਜਿਹਨੂੰ ਗ੍ਰਿਫਤਾਰ ਕੀਤਾ ਗਿਆ ਵਾ। ਮਾਈਨਰ ਆ, ਉਹਦਾ ਅਸੀਂ ਨਾਂ ਨਹੀਂ ਦੱਸ ਸਕਦੇ, ਲੇਕਿਨ
ਇੱਕ ਹੋਰ ਮੰਗ ਜਿਹੜੀ ਬਲਕੌਰ ਸਿੰਘ ਨੇ ਕੀਤੀ ਔਰ ਜਿਹੜੇ ਕਾਂਗਰਸ ਦੇ ਕੁਝ ਲੀਡਰਾਂ ਨੇ ਕੀਤੀ ਕਿ ਬਲਤੇਜ ਪੰਨੂ ਜਿਹੜੇ ਮੀਡੀਆ ਐਡਵਾਈਜ਼ਰ ਨੇ ਮੁੱਖ ਮੰਤਰੀ ਦੇ, ਉਹਨਾਂ ਦੀ FIR ਦੇ ਵਿੱਚ ਨਾਂ ਉਹਨਾਂ ਦਾ ਦਰਜ ਕੀਤਾ ਜਾਵੇ, ਉਹਨਾਂ ਦੀ ਤਫਤੀਸ਼ ਵੀ ਕੀਤੀ ਜਾਵੇ, ਕਿਉਂਕਿ ਜਿਹੜੀ ਇਨਫੋਰਮੇਸ਼ਨ ਸਿਕਿਉਰਿਟੀ ਇਨਫੋਰਮੇਸ਼ਨ ਲੀਕ ਹੋਈ ਸੀ, ਸਕੇਲ ਡਾਊਨ ਕੀਤੀ ਗਈ ਸੀ ਮੂਸੇਵਾਲਾ ਦੀ ਸਿਕਿਉਰਿਟੀ, ਜਿਹੜੀ ਗੱਲ ਜਨਤਕ ਹੋਈ, ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਪੋਸੀਬਲ ਹੋ ਸਕਿਆ। ਉਹਦੇ ਖਿਲਾਫ ਉਹਦਾ ਨਾਂ FIR ਦੇ ਵਿੱਚ ਦਰਜ ਕੀਤਾ ਜਾਵੇ ਔਰ ਉਹਦੇ ਖਿਲਾਫ 120B ਦੀ ਧਾਰਾ ਲਾਈ ਜਾਵੇ। 120B ਦੀ ਧਾਰਾ ਹੁੰਦੀ ਹੈ ਸਾਜ਼ਿਸ਼ ਕਰਨਾ, ਕੌਨਸਪੀਰੇਸੀ ਕਰਨਾ। ਸੋ ਇਹ ਵੀ ਇੱਕ ਉਹਨਾਂ ਦੀ ਮੰਗ ਹੈ। ਸੋ 5-6 ਮੰਗਾਂ ਨੇ, ਕਿੰਨੀਆਂ ਕਿ ਜਾਇਜ਼ ਨੇ। ਮਾਪਿਆਂ ਨੇ ਇਹ ਵੀ ਕਿਹਾ ਕਿ ਇਹ ਲਾਸਟ ਟਾਈਮ ਆ ਕਿ ਉਹ ਧਰਨੇ ਦੀ ਗੁਹਾਰ ਲਾਉਣ ਵਾਸਤੇ, ਇਨਸਾਫ ਦੀ ਗੁਹਾਰ ਲਾਉਣ ਵਾਸਤੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਆ, ਸਰਕਾਰ ਦੇ ਕਿਸੇ ਅਹੁਦੇਦਾਰ ਨੂੰ ਮਿਲਣਾ ਚਾਹੁੰਦੇ ਆ। ਇਸ ਤੋਂ ਬਾਅਦ ਉਹ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਔਰ ਫਿਰ ਇੱਕ ਵੱਡੀ ਰੈਲੀ ਕਰਨਗੇ ਇਹ ਦੱਸਣ ਲਈ ਲੋਕਾਂ ਨੂੰ ਕਿ ਅਸੀਂ ਕੀ ਮੰਗ ਕਰ ਰਹੇ ਹਾਂ ਔਰ ਕੌਣ ਲੋਕ ਨੇ ਜਿਨ੍ਹਾਂ ਨੇ ਸਾਜ਼ਿਸ਼ ਕੀਤੀ ਔਰ ਸਰਕਾਰ ਨੇ ਹੁਣ ਤੱਕ ਕੀ ਕੀਤਾ ਜਾਂ ਕੀ ਨਹੀਂ ਕੀਤਾ। ਸੋ ਮਸਲਾ ਸਰਕਾਰ ਜਿਹੜੀ ਹੈ ਬੈਕਫੁੱਟ ਦੇ ਉੱਪਰ ਹੈ, ਇਸ ਮਸਲੇ ਦੇ ਉੱਪਰ ਕਲੀਅਰਲੀ ਨਜ਼ਰ ਆ ਰਿਹਾ ਵਾ। ਦੇਖਦੇ ਹਾਂ ਸਾਡੇ ਪਹਿਲੇ ਕਾਲਰ ਇਸ ਮਸਲੇ ਉੱਪਰ ਜਿਹੜਾ ਅੱਜ ਦਾ ਅਸੀਂ ਗੱਲ ਵਿਚਾਰ ਰਹੇ ਹਾਂ ਕਿ ਕੀ ਉਹਨਾਂ ਦਾ ਧਰਨਾ ਜਾਇਜ਼ ਸੀ, ਕਿ ਵਾਕਈ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਾਂ ਜਿਹੜੀ ਸਰਕਾਰ ਆ ਉਹ ਜਾਂ ਸੁਵਿਰਦ ਨਹੀਂ ਜਾਂ ਫਿਰ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਰਨਾ ਕੀ ਆ। ਸੋ ਇਸ ਕਰਕੇ ਇਹ ਮਸਲਾ ਤੁਸੀਂ ਤਸਵੀਰਾਂ ਦੇਖ ਰਹੇ ਜੇ ਕੱਲ੍ਹ ਦੇ ਧਰਨੇ ਦੀਆਂ। ਸਿੱਧੂ ਮੂਸੇਵਾਲਾ ਦੇ ਪਿਤਾ ਔਰ ਮਾਤਾ ਚਰਨ ਕੌਰ ਇਹ ਪ੍ਰੈਸ ਦੇ ਨਾਲ ਕੱਲ੍ਹ ਰੂਬਰੂ ਹੋ ਰਹੇ ਸਨ ਵਿਧਾਨ ਸਭਾ ਪਰਿਸਰ ਦੇ ਬਿਲਕੁਲ ਬਾਹਰ। ਵਿਲ ਟੇਕ ਦੀ ਫਸਟ ਕਾਲ। ਹੈਲੋ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਵੱਡੀ ਗੱਲ ਤਾਂ ਇਹ ਹੈ ਵੀ ਜਿਸ ਪੇਰੈਂਟਸ ਦਾ ਬੱਚਾ ਜਵਾਨ ਪੁੱਤ ਖਾਸ ਕਰਕੇ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਵੇ, ਉਹਦੇ ਕਿੱਡਾ ਦੁੱਖ ਦਾ ਬੱਜਰ ਵੱਜਦਾ ਉਹ ਤਾਂ ਆਪਾਂ ਸਭ ਜਾਣਦੇ, ਪਤਾ ਆਪਾਂ ਨੂੰ ਫੀਲਦਾਰੀ ਜੀ। ਤੇ ਫਿਰ ਉਹਨਾਂ ਦਾ ਭਾਵੁਕ ਹੋਣਾ, ਦਿਮਾਗ ਫਰੀਜ ਹੋ ਜਾਂਦਾ, ਬੁਹਾਰ ਵੀ ਲਾਉਂਦੇ ਆ ਤੇ ਕਿ ਮਤਲਬ ਵੀ ਇੰਨਾ ਕਈ ਵਾਰ ਬੰਦਾ ਭਾਵੁਕ ਵੀ ਹੋ ਕੇ ਕੁਝ ਵੀ ਕਰ ਸਕਦਾ। ਉਹਨਾਂ ਦੀਆਂ ਮੰਗਾਂ ਜਾਇਜ਼ ਆ ਬਿਲਕੁਲ, ਉਹ ਜੋ ਕਰ ਰਹੇ ਆ ਠੀਕ ਹੈ। ਪਰ ਮੈਨੂੰ ਖਾਲਸਾ ਸੰਧੂ ਸਾਹਿਬ ਇਹ ਲੱਗਦਾ ਜੇ ਤੱਕ ਬਲਕਾਰ ਸਿੱਧੂ ਦੇ ਵਿੱਚ ਤੱਕ ਮੈਂ ਸੁਣਿਆ ਬਿਆਨ ਦਿੱਤੇ ਆ ਵੀ ਮਾਸਟਰਮਾਈਂਡ ਆ, ਕੋਈ ਕੁਝ ਪੋਲੀਟੀਕਲ ਬੰਦਿਆਂ ਦਾ ਵੀ ਜ਼ਿਕਰ ਕਰਦੇ ਆ। ਪਤਾ ਨਹੀਂ ਉਹ ਨਾਂ ਲਿਆ ਤਾਂ ਪਤਾ ਨਹੀਂ ਉਹ ਪੋਲੀਟੀਕਲ ਬਲਤੇਜ ਪੰਨੂ ਨਹੀਂ ਮਿਲਦੇ ਆ, ਚਾਹੇ ਹੋਰ ਵੀ ਕੋਈ ਹੈਗਾ, ਜਿਹੜੀ ਨਾ ਖੁੱਲ ਕੇ ਆ ਜੇ ਚੰਗੀ ਗੱਲ ਹੈ। ਤੇ ਪਰ ਮੈਂ ਇਹ ਕਹੂੰਗਾ ਮੈਨੂੰ ਐਂ ਲੱਗਦਾ ਵੀ ਜਿਵੇਂ ਅਕਾਲੀ ਦਲ ਨਾ ਵੀ ਆਪਦੀ ਭੂਮਿਕਾ ਵਾਪਸ ਲਿਆਉਣ ਲਈ, ਸਿਆਸੀ ਆਪਦੀ ਜ਼ਿੰਦਗੀ ਜਾਣੀ ਆਪਦੀ ਜੋ ਕਹਿ ਲਓ ਤਾਕਤ ਵਾਪਸ ਲਿਆਉਣ ਲਈ ਬੰਦੀ ਸਿੰਘਾਂ ਦੇ ਜਾਂ ਧਾਰਮਿਕ ਵਖਰੇ, ਕਿਤੇ ਕਾਂਗਰਸ ਮੈਨੂੰ ਲੱਗਦਾ ਵੀ ਸਿੱਧੂ ਮੂਸੇਵਾਲੇ ਦੇ ਇਸ ਨੂੰ ਲੈ ਕੇ ਥੋੜੀ ਸਿਆਸਤ ਕਰ ਰਹੀ ਹੈ। ਕਿਉਂਕਿ ਜੇ ਆਪਾਂ ਪਹਿਲਾਂ ਦੇਖੀਏ ਨਾ ਸ਼ੁਰੂ ਚ ਤੇ ਰਾਜਾ ਵੜਿੰਗ ਨੇ ਜਦੋਂ ਡੈਥ ਹੁੰਦੀ ਹੈ, ਇਹਦੀ ਆਪਣੇ ਦਾ ਕਤਲ ਹੁੰਦਾ ਸੀ, ਉਦੋਂ ਕਹਿੰਦਾ ਅਸੀਂ ਤਾਂ ਇਹਨੂੰ MP ਦੀ ਚੋਣ ਲੜਾਉਣੀ ਸੀ। ਕਿਤੇ ਮਾਨ ਕਹਿੰਦਾ ਵੀ ਇਹ ਤਾਂ ਮੇਰੇ 69-11 ਲੈ ਕੇ ਮੇਰੇ ਲਈ ਇਹਨੇ ਉੱਥੇ ਨਾਮਜ਼ਦਗੀ ਦੇ ਪੇਪਰ ਭਰਨੇ ਸੀ। ਮੈਨੂੰ ਐਂ ਲੱਗਦਾ ਪਰ ਜੇ ਇਹ ਗੱਲ ਸਿਆਸੀ ਚ ਪਏਗੀ, ਸਿਆਸੀ ਲੋਕਾਂ ਨੇ ਚੱਕਲੀ ਤੇ ਫਿਰ ਇਹ ਮਸਲਾ ਛੇਤੀ ਨਹੀਂ ਹੱਲ ਹੋਣਾ ਸੰਧੂ ਸਾਹਿਬ। ਫਿਰ ਇੱਕ ਚੋਣੀ ਮੁੱਦਾ ਬਣ ਜੂਗਾ ਜਿਵੇਂ ਆਪਣਾ 84 ਦਿੱਲੀ ਵਾਲਾ ਬਣਿਆ ਜਾਂ SY ਵਾਲਾ ਦਾ ਬਣਿਆ ਜਾਂ ਕਾਲੀਆਂ ਸਰ ਇਹ ਹੋ ਗਿਆ ਆਪਣੇ ਵਾਲਾ ਬਰਗਾੜੀ ਵਾਲਾ, ਹੁਣ ਆਪ ਵਾਲਾ ਸਿੱਧੂ ਵਾਲੇ ਆ ਜਾਊਗਾ। ਪਰ ਮੈਂ ਇਹ ਕਹੂੰਗਾ ਇਹਨਾਂ ਨੂੰ ਛੱਡ ਕੇ ਸਿਆਸੀ ਲੋਕਾਂ ਨੂੰ ਪਾਸੇ ਕਰਕੇ ਵੀ ਇਹਨਾਂ ਨੂੰ ਲੋਕ ਰਾਏ ਇੱਕ ਬੰਦ ਕਰਨੀ ਚਾਹੀਦੀ ਆ, ਜਿਹਦੇ ਚ ਸਾਰੇ ਲੋਕ ਇਕੱਠੇ ਹੋਣ, ਇਨਸਾਫ ਪਸੰਦ ਵੀ ਨਾਲ ਲੈਣ, ਇਹ ਕਾਮਯਾਬ ਹੋ ਸਕਦੇ ਆ। ਪਰ ਜਿਵੇਂ ਆਪਾਂ ਦੇਖੇ ਕਰਨਦੀਪ ਦਾ ਘੋਲ ਸੀ ਮਾਲ ਕਲਾਂ ਚੋਂ, ਕਿਵੇਂ ਗੁੰਡਿਆਂ ਨੇ ਚੁੱਕ ਕੇ ਉਹਨੂੰ ਬੇਰਹਿਮੀ ਨਾਲ ਕਤਲ ਕਰਕੇ ਬਲਾਤਕਾਰ ਕਰਕੇ, ਪਰ ਉਹਨਾਂ ਨੇ ਇਨਸਾਫ ਲੈ ਲਿਆ, ਬੰਦੇ ਨੰਗੇ ਕਰਤੇ ਸਜ਼ਾਵਾਂ। ਪਰ ਇਸ ਤਰ੍ਹਾਂ ਦਾ ਕੋਈ ਲਾਮਬੰਦ ਕੀਤੀ ਜਾਵੇ ਤਾਂ ਫਾਇਦਾ ਹੈ। ਸਿਆਸੀ ਲੋਕਾਂ ਨੂੰ ਦੂਰ ਰੱਖਣ, ਇਹਨਾਂ ਨੇ ਤਾਂ ਨਹੀਂ ਰੋਟੀਆਂ ਸਿੱਖਣੀਆਂ। ਜਦੋਂ ਤੱਕ ਮੈਂ ਦੇਖਦਾ ਰਾਜਾ ਵੜਿੰਗ ਦਾ ਕੀ ਸਟ੍ਰੈਟਜੀ ਪਾਈ ਫਿਰਦਾ ਉੱਤੇ ਪਤਾ ਨਹੀਂ ਕੀ, ਇਹਦੀ ਬਜਾਏ ਅੰਦਰ ਕਿਉਂ ਨਹੀਂ ਵਿਧਾਨ ਸਭਾ 'ਚ ਬੋਲਦੇ ਮੁੱਦਾ ਰੱਖਣੇ ਇਨਸਾਫ ਵਾਲਾ ਬੜੇ ਸੁਚੱਜੇ ਢੰਗ ਨਾਲ। ਆ ਜਿਹੜੇ ਬੋਲ ਵਾਲੇ ਜੇ ਕਰਨ ਦੀ ਬਜਾਏ ਜਿੰਨਾ ਵੀ ਟਾਈਮ ਮਿਲਦਾ ਸ਼ੌਰਤ ਨਾਲ ਤਰੀਕੇ ਨਾਲ ਤੇ ਆਪਦੀ ਇਹ ਗੱਲ ਰੱਖਣ, ਉੱਥੇ ਇਹ ਵੀ ਮੁੱਦਾ ਉਠਾਉਣ ਜੇ ਇਹਨਾਂ ਦਾ ਮੈਂਬਰ ਸੀ। ਬਸ ਇੰਨਾ ਹੀ ਕਹੂੰਗਾ ਸੰਧੂ ਸਾਹਿਬ। ਸ਼ੇਰ ਸਿੰਘ ਜੀ ਦੇਖੋ ਤੁਹਾਡੀ ਗੱਲ ਸਿਰ ਮੱਥੇ, ਪਰ ਦੋ ਗੱਲਾਂ ਤੇ ਕਲੀਅਰ ਹੈ ਨਾ। ਸਿੱਧੂ ਮੂਸੇਵਾਲਾ ਨੇ 2022 ਦੀ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਆ, ਸੋ ਕਾਂਗਰਸ ਦਾ ਲੀਡਰ ਤੇ ਉਹ ਹੈ ਹੀ ਸੀ। ਅਖੀਰਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਉਹਨੇ ਜੁਆਇਨ ਕਰ ਲਈ, ਕਾਂਗਰਸ ਵੱਲੋਂ ਉਹਨੇ ਚੋਣ ਲੜੀ ਆ। ਸੋ ਕਾਂਗਰਸ ਦੇ ਲੀਡਰਾਂ ਦਾ ਉਸ ਧਰਨੇ ਦੇ ਵਿੱਚ ਹਾਜ਼ਰ ਹੋਣਾ, ਆਫਟਰ ਆਲ ਧਰਨਾ ਤੇ ਮਾਪਿਆਂ ਨੇ ਲਾਇਆ ਵਾ, ਉਹਦੇ 'ਚ ਹਾਜ਼ਰ ਹੋਣਾ, ਤੇ ਜੇ ਖੈਰ ਨਾ ਹਾਜ਼ਰ ਹੁੰਦੇ ਤਾਂ ਸ਼ਾਇਦ ਫਿਰ ਹੈਰਾਨੀ ਹੁੰਦੀ ਵੀ ਸ਼ਾਇਦ ਕਾਂਗਰਸ ਵਾਲੇ ਉਹਨਾਂ ਦਾ ਸਾਥ ਛੱਡ ਗਏ ਆ।
ਉਹ ਹਾਜ਼ਰ ਹੋਣਾ ਉਹਨਾਂ ਦੇ ਉੱਤੇ ਮੇਰੇ ਖਿਆਲ ਆਪਾਂ ਉਹਨੂੰ ਵੀ ਕਾਂਟ ਫਾਲਟ ਦੈਟ, ਉਹ ਤੇ ਉਹਨਾਂ ਦੀ ਆਪਾਂ ਗਲਤੀ ਨਹੀਂ ਕੱਢ ਸਕਦੇ। ਮੈਨੂੰ ਪਤਾ ਵਾ ਕੁਝ ਲੋਕਾਂ ਨੂੰ ਲੱਗਦਾ ਵਾ ਵੀ ਸ਼ਾਇਦ ਕਾਂਗਰਸ ਵਾਲਿਆਂ ਨੂੰ ਉਹਨੂੰ ਇਸਤੇਮਾਲ ਕਰ ਰਹੇ ਆ, ਪਰ ਬਲਕੌਰ ਸਿੰਘ ਲਗਾਤਾਰ ਇਨਸਾਫ ਦੀ ਗੁਹਾਰ ਲਾਈ ਜਾ ਰਹੇ ਆ, ਲਗਾਤਾਰ ਮੀਟਿੰਗਾਂ ਕਰ ਰਹੇ, ਲਗਾਤਾਰ ਨਾਂ ਦੇ ਰਹੇ ਆ, ਔਰ ਉਹਨਾਂ ਨੂੰ ਧਮਕੀਆਂ ਆ ਰਹੀਆਂ। ਉਹਨਾਂ ਨੇ ਕੱਲ ਦੱਸਿਆ ਵੀ ਇਸ ਤਰੀਕ ਨੂੰ ਧਮਕੀ, ਫਿਰ ਇਸ ਤਰੀਕ ਨੂੰ ਧਮਕੀ, ਫਿਰ ਇਸ ਤਰੀਕ ਨੂੰ, ਘੱਟੋ ਘੱਟ ਉਹਨੇ 5 ਕੇ 6 ਤਰੀਕਾਂ ਗਣਾਈਆਂ ਵਾ। ਸੋ ਇਸ ਕਰਕੇ ਪਾਰਟੀਆਂ ਵਿਰੋਧੀ ਧਿਰ ਤੇ ਲਾਹਾ ਲੈਣਗੀਆਂ, ਇਹਦੇ 'ਚ ਕੋਈ ਸ਼ੱਕ ਹੀ ਨਹੀਂ। ਜਿਵੇਂ ਹੁਣ ਦਿੱਲੀ ਦੇ ਵਿੱਚ ਮਨੀਸ਼ ਸਿਸੋਦੀਆ ਦੀ ਜੋ ਗ੍ਰਿਫਤਾਰੀ ਹੋਈ ਆ, ਤੇ ਉੱਥੇ ਤੁਸੀਂ ਬੱਚਿਆਂ ਤੱਕ ਨੂੰ ਤੇ ਕਹਿਤਾ ਵੀ ਵੀ ਲਵ ਮਨੀਸ਼ ਸਿਸੋਦੀਆ, ਕੀ ਉਹ ਜਾਇਜ਼ ਆ? ਸੋ ਸਿਆਸੀ ਪਾਰਟੀਆਂ ਤੇ ਲਾਹਾ ਲੈਂਦੀਆਂ ਹੀ ਹੁੰਦੀਆਂ ਵਾ, ਪਰ ਗੱਲ ਇਹ ਆ ਕਿ ਕੀ ਉਹਨਾਂ ਨੂੰ ਇਨਸਾਫ ਮਿਲਿਆ ਵਾ, ਕੀ ਸਹੀ ਇਨਸਾਫ ਮਿਲਿਆ ਵਾ? ਜੇ ਨਹੀਂ ਮਿਲਿਆ ਤੇ ਕਿਉਂ ਨਹੀਂ ਮਿਲਿਆ? ਔਰ ਕੀ ਉਹ ਜਿਹੜੀਆਂ ਮੰਗਾਂ ਕਰ ਰਹੇ ਆ ਕਿ 2 ਕਤਲ ਜਿਹੜੇ ਸਬੂਤ ਕਿਵੇਂ ਗਾਇਬ ਹੋ ਗਏ, 2 ਜਿਹੜੇ ਗੈਂਗਸਟਰ ਸੀ ਉਹਨਾਂ ਦਾ ਕਤਲ ਕਿਵੇਂ ਹੋ ਗਿਆ? ਆਫਟਰ ਆਲ ਬੜਾ ਵੈਲਿਡ ਸੋਲਿਡ ਸਬੂਤ ਜਿਹੜਾ ਵਾ ਖਤਮ ਹੋ ਜਾਂਦਾ ਜਦੋਂ ਜੇ 20 ਟੋਟਲ ਬੰਦੇ ਇਨਵੋਲਡ ਹੈ, 25 ਇਨਵੋਲਡ ਹੈ, ਉਹ 'ਚੋਂ 2 ਬੰਦੇ ਮਾਰੇ ਜਾਣ। ਸੋ ਇਸ ਕਰਕੇ ਕਹਿਣ ਦਾ ਭਾਵ ਆ ਕਿ ਸਵਾਲ ਤੇ ਆਈ ਹੈ ਵੀ ਕੀ ਉਹਨਾਂ ਦਾ ਧਰਨਾ ਜਾਇਜ਼ ਹੈ ਜਾਂ ਨਹੀਂ ਜਾਇਜ਼ ਹੈ। ਇੰਦਰਜੀਤ ਸਿੰਘ ਉਮਰਪੁਰੀ, ਦਲਜੀਤ ਸੰਧੂ, ਵੈਦ ਠੰਡੂ ਰਾਮ ਸਰਪੰਚ, KP8 ਮੁਲਤਾਨੀ, KTP ਮੁਲਤਾਨੀ, KPT ਮੁਲਤਾਨੀ, ਲਾਲ ਸਿੰਘ ਲਾਲੀ ਬੁਢਲਾਡਾ, ਇਹ ਵੀ ਸਾਡੇ ਨਾਲ ਜੁੜੇ ਹੋਏ ਨੇ। ਇੰਦਰਜੀਤ ਸਿੰਘ ਉਮਰਪੁਰੀ ਦਾ ਕਮੈਂਟ ਹੈ ਕਿ ਧਰਨਾ ਮੁਜ਼ਾਹਰਾ ਕਰਨਾ ਲਾਉਣਾ ਹਰ ਨਾਗਰਿਕ ਦਾ ਸੰਵਿਧਾਨਿਕ ਅਧਿਕਾਰ, ਪਰ ਮੂਸੇਵਾਲੇ ਦੇ ਪਰਿਵਾਰ ਵੱਲੋਂ ਇਨਸਾਫ ਲੈਣ ਲਈ ਅਜਿਹਾ ਕਰਨਾ ਸ਼ੋਭਾ ਨਹੀਂ ਦਿੰਦਾ। ਕਾਨੂੰਨ ਆਪਣਾ ਕੰਮ ਕਰ ਰਿਹਾ ਵਾ, ਸਮਾਂ ਤਾਂ ਲੱਗੇਗਾ। ਰਾਜਨੀਤਿਕ ਕਤਲ ਹੋਣ ਕਾਰਨ ਅਸਲ ਦੋਸ਼ੀਆਂ ਦੀ ਪਛਾਣ ਕਰਨੀ ਇੰਨੀ ਛੇਤੀ ਸੰਭਵ ਨਹੀਂ। ਪਰਿਵਾਰ ਦਾ ਦੁੱਖ ਵੱਡਾ, ਪਰ ਉਹਨਾਂ ਦੇ ਰਾਜਨੀਤਿਕ ਲੋਕਾਂ ਵੱਲੋਂ ਵਰਤੇ ਜਾਣ ਤੇ ਬਚਣਾ ਚਾਹੀਦਾ। ਦੇਖੋ ਜੀ, ਰਾਜਨੀਤਿਕ, ਫਿਰ ਮੈਂ ਉਹੀ ਗੱਲ ਕਹੂੰਗਾ, ਰਾਜਨੇਤਾ ਤੇ ਉਹ ਆਪ ਵੀ ਸੀਗਾ ਸਿੱਧੂ ਮੂਸੇਵਾਲਾ ਹੁਣ, ਸੋ ਉਹਦੀ ਪਾਰਟੀ ਦੇ ਬੰਦੇ ਤੇ ਮਸਲਾ ਚੁੱਕਣ ਗਈ ਨਾ। ਖੈਰ, ਤੁਸੀਂ ਕਿਹਾ ਵਾ ਕਿ ਇਨਸਾਫ ਕਾਨੂੰਨ ਆਪਣਾ ਕੰਮ ਕਰ ਰਿਹਾ ਵਾ, ਕਿੰਨਾ ਕੁ ਕੰਮ ਕਰ ਰਿਹਾ ਇਹਦੇ ਬਾਰੇ ਤੁਹਾਨੂੰ ਪਤਾ ਹੀ ਆ ਕਿ 2 ਗੈਂਗਸਟਰਸ ਦਾ ਕਤਲ ਹੀ ਹੋ ਜਾਂਦਾ ਜਿਹੜੇ ਇਨਵੋਲਡ ਇਹਦੇ ਵਿੱਚ। ਸੋ ਉਹ ਸਬੂਤ ਉਹ ਕਿੱਥੋਂ ਵਾਪਸ ਆਊਗਾ ਜਿਹੜਾ? ਔਰ ਬਾਕੀ ਕੁਝ ਗੈਂਗਸਟਰ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ, ਜਿਹੜੇ ਉੱਥੋਂ ਫੇਸਬੁੱਕ ਦੀਆਂ ਹਾਲੇ ਵੀ ਪੋਸਟਾਂ ਪਾ ਰਹੇ ਆ, ਉਹਦਾ ਕੀ ਕੀਤਾ ਜਾਵੇ? ਔਰ ਜਿਹੜੇ ਉਹਨਾਂ ਨੇ 4-5 ਨਾਂ ਦਿੱਤੇ ਆ, ਕੀ ਉਹਨਾਂ ਦੀ ਸਹੀ ਤਰੀਕੇ ਨਾਲ ਤਫਤੀਸ਼ ਹੋਈ ਆ? ਪਤਾ ਨਹੀਂ ਕਿਹੜੇ ਨਾਂ ਦਿੱਤੇ ਉਹਨਾਂ ਨੇ। ਔਰ ਉਹਨਾਂ ਇਹ ਵੀ ਕਿਹਾ ਵਾ ਕਿ ਜਿਹਨਾਂ ਨੇ ਇਨਫੋਰਮੇਸ਼ਨ ਲੀਕ ਕੀਤੀ ਸੀ ਉਹਦੇ ਲਈ ਕਿਹਨੂੰ ਜ਼ਿੰਮੇਵਾਰ ਹੁਣ ਤੱਕ ਠਹਿਰਾਇਆ ਗਿਆ ਵਾ? ਇਹੋ ਜਿਹੇ ਸਵਾਲ ਉਹਨਾਂ ਨੇ ਕੱਲ ਉਠਾਏ ਆ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਦਲਜੀਤ ਸੰਧੂ ਜੀ। ਸੰਧੂ ਸਾਹਿਬ, ਧਰਨਾ ਲਾਉਣਾ, ਮੁਜ਼ਾਹਰਾ ਕਰਨਾ ਹਰੇਕ ਨਾਗਰਿਕ ਦਾ ਹੱਕ ਆ ਜੀ, ਕਰੀ ਜਾਣ, ਕੋਈ ਦਿੱਕਤ ਨਹੀਂ ਕਿਸੇ ਨੂੰ ਜੀ। ਜੇ ਉਹਨਾਂ ਨੂੰ ਲੱਗਦਾ ਵੀ, ਪਰਿਵਾਰ ਨੂੰ ਲੱਗਦਾ ਵੀ ਸਾਡੇ ਬੱਚੇ ਦਾ ਜਿਹੜਾ ਕਤਲ ਦੀ ਜਿਹੜੀ ਮਤਲਬ ਜਾਂ ਇਨਸਾਫ ਆ ਜਾਂ ਦਾ ਕੋਈ ਜਿਹੜੀ ਪੈਰਵਾਈ ਆ ਉਹ ਸਹੀ ਤਰੀਕੇ ਨਾਲ ਸਰਕਾਰ ਨਹੀਂ ਕਰ ਰਹੀ, ਤਾਂ ਤਾਦੀ ਮਤਲਬ ਵਿਧਾਨ ਸਭਾ ਦੇ ਬੂਹੇ ਤੇ ਜਾ ਕੇ ਬੈਠੇ ਆ ਜੀ। ਤੇ ਆਮ ਲੋਕਾਂ ਨੂੰ ਲੱਗਾ ਗੱਲ ਇਹ ਆ ਵੀ ਜਿੱਦਾਂ ਕਾਂਗਰਸ ਪਾਰਟੀ ਵਾਲੇ ਨਾਲ ਚਲੇ ਗਏ ਨਾ, ਕਿ ਸ਼ਾਇਦ ਉਹਨਾਂ ਨੇ ਲਵਾਇਆ ਹੈ ਸਰਕਾਰ ਦੇ ਖਿਲਾਫ। ਇਹ ਗੱਲ ਲੋਕਾਂ ਦੇ ਵਿੱਚ ਮੈਸੇਜ ਗਿਆ ਹੈ ਵੀ ਇਹਨੂੰ ਕਾਂਗਰਸ ਪਾਰਟੀ ਹੈਂਡਲ ਕਰਨ ਡਈ ਹੈ। ਜੇ ਉਹ ਇਕੱਲੇ ਖੁਦ ਜਾ ਕੇ ਲਾਉਂਦੇ, ਇਹਨਾਂ ਨੂੰ ਨਾਲ ਨਾ ਖੜਦੇ, ਤੇ ਮੇਰੇ ਹਿਸਾਬ ਨਾਲ ਕੁਛ ਇਹਦਾ ਅਸਰ ਜ਼ਿਆਦਾ ਸੀ। ਜਦੋਂ ਰਾਜਨੀਤੀ 'ਚ ਪੈ ਜਾਂਦੀ ਹੈ ਨਾ ਗੱਲ, ਉਦੋਂ ਉਹਦਾ ਅਸਰ ਘੱਟ ਜਾਂਦਾ ਜੀ। ਜਦੋਂ ਆਮ ਲੋਕਾਂ ਕੋਲ ਰਹਿੰਦੀ ਉਹਦਾ ਅਸਰ ਵੱਧ ਰਹਿੰਦਾ। ਰਾਈਟ। ਤੇ ਜੋ ਕੁਝ ਮੈਨੂੰ ਜਾਪਦਾ ਹੈ ਵੀ ਸਿੱਧੂ ਮੂਸੇਵਾਲੇ ਦੇ ਜਿਹੜੇ ਮਾਪਿਓ ਆ, ਉਹ ਜਿੰਨੇ ਬੰਦਿਆਂ ਦੇ ਹੁਣ ਅੱਗੇ ਨਾਂ ਲੈ ਰਹੇ ਆ ਨਾ, ਚੁੱਪ ਕਰਕੇ ਜਾਂ ਅੰਦਰ ਖਾਤੇ ਸਰਕਾਰ ਨੂੰ ਦੱਸ ਰਿਹਾ ਵੀ ਇਹਨਾਂ ਦੀ ਇਨਵੋਲਵਮੈਂਟ ਸੀ, ਉੱਥੋਂ ਤੱਕ ਸਰਕਾਰ ਨੇ ਕਿਸੇ ਨੇ ਵੀ ਨਹੀਂ ਆਪਣਾ ਨਾ ਇਹਨੇ ਆਪਣਾ। ਤੇ ਜੇ ਕਾਂਗਰਸ ਦੀ ਹੁੰਦੀ ਜਾਂ ਅਕਾਲੀ ਦੀ ਹੁੰਦੀ, ਉਹਨਾਂ ਵੀ ਨਹੀਂ ਸੀ ਉਹ ਬੰਦੇ ਪਾਉਣੇ। ਜਿਹੜੇ ਥੱਲੇ ਵਾਲੇ ਪਾਏ ਗਏ ਆ, ਫੜੇ ਗਏ ਆ, ਇੰਨੇ ਤੇ ਫੜੇ ਗਏ ਆ। ਤੇ ਵੱਡੀ ਗੱਲ ਜਿਹੜੀ ਆ ਇੱਥੇ ਸਰਕਾਰ ਦੀ ਨਲਾਇਕੀ ਆ ਵੀ ਚਲੋ ਜੇ ਅੱਗੇ ਉਹਦੀ ਸਿਕਿਉਰਿਟੀ ਘਟ ਗਈ ਸੀ, ਜੇ ਤਾਂ ਹੱਥ ਨਹੀਂ ਆਉਂਦੀ, ਪਰ ਜਿਹੜੇ ਬੰਦੇ ਫੜੇ ਆ ਉਹਨਾਂ ਨੂੰ ਤੁਸੀਂ ਇੱਕੇ ਜੇਲ੍ਹ 'ਚ ਡੱਕਦਾ, ਇੱਕ ਧਿਰ ਨੇ ਦੂਜੇ ਨੂੰ ਮਾਰਤਾ, ਉਹ ਸਬੂਤ ਹੀ ਸਾਰੇ ਤਾਂ ਠਾਂਜੇ ਹੁੰਦੇ ਜਾਂਦੇ ਅਦਾਲਤ ਦੇ ਵਿੱਚ ਜਾ ਕੇ, ਕਿੰਨੇ ਮੁੜ ਕੇ ਖਲੋਣਾ ਤੇ ਕੀ ਗੱਲ। ਇਹ ਦਲਜੀਤ ਸੰਧੂ ਜੀ, ਇਹ ਸਭ ਕੁਝ ਹੋ ਰਿਹਾ ਉਹਨਾਂ ਦੇ ਮੁਜ਼ਾਹਰਿਆਂ ਧਰਨਿਆਂ ਦੇ ਬਾਵਜੂਦ। ਮਤਲਬ ਤੁਸੀਂ ਵੇਖੋ ਵੀ ਕਿੰਨਾ ਪ੍ਰੈਸ਼ਰ ਉਹਦੇ ਪੇਰੈਂਟਸ ਨੇ ਬਿਲਡਅਪ ਕੀਤਾ, ਪਰ ਫਿਰ ਵੀ ਆਹ ਸਭ ਕੁਝ ਹੋ ਰਿਹਾ ਵਾ। ਬਿਲਕੁਲ, ਸਰਕਾਰ ਜਿਹੜੀ ਤਾਂ ਗਲਤੀ ਸਰਕਾਰ ਨੇ ਕਰ ਲਈ, ਉਹ ਤਾਂ ਜੇ ਹੁਣ ਹੱਥ ਨਹੀਂ ਆਉਣੀ, ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਪਰ ਅੱਗੇ ਤਾਂ ਸੰਭਲ ਕੇ ਪੈਰ ਰੱਖਣ, ਅੱਗੇ ਤਾਂ ਉਹਨਾਂ ਨੂੰ ਸਿਕਿਉਰ ਕਰ ਸਕਦੇ ਆ ਨਾ। ਉਹਦੇ ਮੋਬਾਈਲ ਫੋਨ ਹੀ ਨਹੀਂ ਬੰਦ ਹੋ ਰਹੇ, ਅੰਦਰ ਜੇਲ੍ਹਾਂ ਜਾਣ ਦੇ ਹੱਦ ਹੋ ਗਈ। ਐਡੇ ਕਾਬਲ ਅਫਸਰ ਆ ਪੰਜਾਬ ਪੁਲਿਸ ਦੇ ਵਿੱਚ, ਜਿਨ੍ਹਾਂ ਨੇ ਆਪਦੀਆਂ ਬੜੇ ਫੀਤੀਆਂ ਲਾ ਲਈਆਂ ਵੀ ਅਸੀਂ ਤਾਂ ਜੀ ਖਾੜਕੂਵਾਦ ਖਤਮ ਕਰਤਾ ਜੀ, ਅਸੀਂ ਉਹ ਕਰਤਾ ਜੀ, ਅਸੀਂ ਆਹ ਕਰਤਾ। ਆਹ ਵੀ ਕੋਈ ਵੱਡੀ ਗੱਲ ਆ? ਜੇਲ੍ਹਾਂ ਵੀ ਕੰਟਰੋਲ ਕਰਨੀਆਂ ਵੱਡੀ ਗੱਲ। ਇੱਕ ਬੰਦੇ ਨੂੰ ਜੇਲ੍ਹ ਦਾ ਬਾਹਰ ਭਾ ਦਿਓ, ਜੇਲ੍ਹ ਦੇ ਅੰਦਰ ਲੰਘ ਕਿਸ ਤਰ੍ਹਾਂ ਕੋ ਜਾਊ, ਕਮਾਲ ਹੋ ਗਈ, ਹੱਦ ਹੋ ਗਈ। ਠੀਕ ਹੈ, ਬਿਲਕੁਲ। ਥੈਂਕ ਯੂ ਦਲਜੀਤ ਜੀ, ਥੈਂਕ ਯੂ।
ਜਸਵਿੰਦਰ ਚਾਹਲ ਦਾ ਕਮੈਂਟ ਫੇਸਬੁੱਕ ਦੇ ਉੱਪਰ ਆਇਆ ਵਾ, ਧਰਨਾ ਲਾਉਣਾ ਕੋਈ ਗਲਤ ਨਹੀਂ, ਉਹ ਕਹਿ ਰਹੇ ਨੇ, ਪਰ ਸਿਆਸੀ ਲੋਕਾਂ ਦਾ ਧਰਨੇ ਸ਼ਾਮਲ ਹੋਣਾ ਖਾਸ ਕਰਕੇ ਠੀਕ ਜਿਹਾ ਨਹੀਂ ਲੱਗਦਾ। ਪਰਿਵਾਰ ਨੂੰ ਸਿਆਸੀ ਲੋਕਾਂ ਤੋਂ ਦੂਰੀ ਰੱਖਣ, ਲੋਕ ਹਰ ਕਦਮ ਤੇ ਉਹਨਾਂ ਦਾ ਸਾਥ ਦੇਣਗੇ। ਜਸਵਿੰਦਰ ਚਾਹਲ ਦਾ ਵੀ ਇਹ ਕਮੈਂਟ ਆ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ ਭਾਈ ਸਾਹਿਬ, ਤੁਹਾਡੇ ਫੋਨ 'ਚ ਡਿਸਟਰਬੈਂਸ ਹੈ ਬਹੁਤ, ਫੋਨ ਤੇ ਆ ਜਾਓ। ਹੈਲੋ ਨੈਕਸਟ ਕਾਲ। ਹੈਲੋ ਹਾਂਜੀ ਸੰਧੂ ਸਾਹਿਬ। ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ, ਉਹ ਗਰੀਬ ਬੰਦਾ ਬੋਲਦਾ ਜਨਾਬ। ਜਿਹੜੀ ਸ਼ੇਰ ਸਿੰਘ ਨੇ ਗੱਲ ਕਹੀ ਆ ਨਾ, ਹਾਂਜੀ ਸ਼ੇਰ ਸਿੰਘ ਨੇ ਗੱਲ ਕਹੀ ਆ ਵੀ ਸਾਨੂੰ ਹੁਣ ਨਾ ਲੋਕਾਂ ਨੂੰ ਇਕੱਠੇ ਹੋਣਾ ਪੈਣਾ। ਜਿਹੜੀ ਪੁਰਾਣੀ ਗੱਲ ਆ ਨਾ ਵੀ ਪੁਲਿਸ ਕਰੂਗੀ, ਗੌਰਮੈਂਟ ਕਰੂਗੀ, ਇਹ ਗੱਲਾਂ ਪੈਣੀਆਂ ਛੱਡਣੀਆਂ। ਠੀਕ ਹੈ ਜੀ। ਨਹੀਂ ਤਾਂ ਇੰਨਾ ਬੁਰਾ ਹਾਲ ਆ ਸੰਧੂ ਸਾਹਿਬ, ਕੋਈ ਔਰਤ ਨਾ ਆਪਦਾ ਪਰਸ ਪਾ ਕੇ ਨਹੀਂ ਤੁਰ ਸਕਦੀ ਹੈਗੀ। ਝਪਟ ਮਾਰਦੇ ਆ, ਏਦਾਂ ਉਹਨੂੰ ਸੱਟਦੇ ਆ ਬੁਰੀ ਤਰ੍ਹਾਂ ਵੀ ਉਹ ਮਰਨ ਤੋਂ ਜ਼ਿਆਦਾ ਉਹਦਾ ਬੁਰਾ ਹਾਲ ਹੋ ਜਾਂਦਾ ਜੀ ਜੀ। ਤੇ ਇਸ ਕਰਕੇ ਸਾਰੇ ਸਮਾਜ ਨੂੰ ਨਾ ਇਹ ਗੱਲਾਂ ਛੱਡ ਕੇ ਵੀ ਗੌਰਮੈਂਟ ਕਰੂ, ਪੁਲਿਸ ਕਰੂ, ਇਹ ਸਾਰਿਆਂ ਨੂੰ, ਸਾਰੀਆਂ ਪੋਲੀਟੀਕਲ ਪਾਰਟੀਆਂ, ਸਾਰਾ ਸਮਾਜ ਨੂੰ ਇਕੱਠੇ ਹੋਣਾ ਪੈਣਾ, ਤਾਂ ਪੰਜਾਬ ਨੇ ਬਚਣਾ। ਮਿਹਰਬਾਨੀ। ਹੈਲੋ, ਹਾਂ, ਨਹੀਂ ਤਾਂ ਪੰਜਾਬ ਬਰਬਾਦ ਆ। ਮਿਹਰਬਾਨੀ, ਥੈਂਕ ਯੂ। Okay, sir. ਲੋਕਾਂ ਨੂੰ ਇਕੱਠੇ ਹੋਣਾ ਪਊਗਾ। Okay. ਇਹ ਭਾਈ ਸਾਹਿਬ ਦਾ, ਗਰੀਬ ਸਿੰਘ, ਅਮੀਰ ਸਿੰਘ ਦਾ ਵਿਚਾਰ ਆ ਕਿ ਲੋਕਾਂ ਨੂੰ ਇਕੱਠੇ ਹੋਣਾ ਪੈਣਾ, ਪਰ ਹੁਣ ਪਤਾ ਨਹੀਂ ਲੋਕੀ ਕਿਵੇਂ ਇੱਦਾਂ ਇਕੱਠੇ ਹੋ ਸਕਦੇ ਆ। ਆਫਟਰ ਆਲ ਲੋਕੀ ਜਾਂ ਤੇ ਕਿਸੇ ਸਿਆਸੀ ਪਾਰਟੀ 'ਚ ਨੇ, ਜਾਂ ਕਿਸੇ ਧਾਰਮਿਕ ਗਰੁੱਪ ਨਾਲ ਜੁੜੇ ਨੇ, ਜਾਂ ਕਿਸੇ ਸਮਾਜਿਕ ਗਰੁੱਪ ਦੇ ਨਾਲ ਜੁੜੇ ਹੋਏ ਨੇ। ਸੋ ਸਾਰੇ ਇਕੱਠੇ ਕਿਵੇਂ ਹੋ ਜਾਣ, ਇਹ ਪਤਾ ਨਹੀਂ ਕੀ ਉਹ ਕਹਿਣਾ ਚਾਹੁੰਦੇ ਭਾਈ ਸਾਹਿਬ, ਪਰ ਖੈਰ ਇਹ ਉਹਨਾਂ ਦਾ ਵਿਚਾਰ ਆ। ਵਿਲ ਟੇਕ ਦੀ ਨੈਕਸਟ ਕਾਲ ਨਾਓ। ਹੈਲੋ ਭਾਈ ਸਾਹਿਬ, ਤੁਸੀਂ ਟੀਵੀ ਦਾ ਵੋਲਿਊਮ ਹੌਲੀ ਕਰਕੇ ਫੋਨ ਤੇ ਆ ਜਾਓ। ਸੋਢੀ ਸਾਹਿਬ, ਹੈਲੋ ਭਾਈ ਸਾਹਿਬ, ਔਨ 에ਅਰ ਜੇ ਤੁਸੀਂ। ਭਾਈ ਸਾਹਿਬ ਔਨ 에ਅਰ ਜੇ। ਨਹੀਂ, ਇਹਨਾਂ ਨੂੰ ਦੁਬਾਰਾ ਮਿਲਾਓ, ਸ਼ਾਇਦ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਪੈਚ ਹੋ ਗਿਆ। ਹੈਲੋ ਭਾਈ ਸਾਹਿਬ, ਤੁਸੀਂ ਪੈਚ ਜੇ। ਸੋਢੀ ਸਾਹਿਬ, ਤੁਹਾਡੀ ਆਵਾਜ਼ ਮੈਨੂੰ ਆ ਰਹੀ ਆ, ਤੁਸੀਂ ਪੈਚ ਜੇ। ਪਤਾ ਨਹੀਂ ਕੀ ਉਹ ਕਹਿਣਾ ਚਾਹੁੰਦੇ। ਹੈਲੋ, ਉਹਨਾਂ ਦਾ ਵਿਚਾਰ ਆ। ਮੈਂ ਫੇਰ ਗੁਜ਼ਾਰਿਸ਼ ਕਰ ਰਿਹਾ ਵਾਂ, ਸੋਢੀ ਸਾਹਿਬ ਤੁਸੀਂ ਪੈਚ ਜੇ, ਕਾਈਂਡਲੀ ਫੋਨ ਤੇ ਆ ਜਾਓ ਨਾ। ਹੈਲੋ ਸੋਢੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਤੁਹਾਡੇ ਨਾਲ ਗਿੱਲਾ ਵਾ, ਪਿਛਲੇ 1 ਮਿੰਟ ਤੋਂ ਤੁਸੀਂ ਸਾਡੇ ਨਾਲ ਪੈਚ ਜੇ ਪਰ ਫੋਨ ਤੇ ਨਹੀਂ ਆ ਰਹੇ, ਔਰ ਤੁਸੀਂ ਪਿਛਲਾ ਟੀਵੀ ਵੋਲਿਊਮ ਉੱਚਾ ਕੀਤਾ ਹੋਇਆ ਵਾ। ਮੇਰੇ ਕੋਲ ਤੇ ਟੀਵੀ ਆਈ ਨਹੀਂ, ਮੈਂ ਸੁਣਦਾ ਹੀ ਫੋਨ ਤੇ ਪਿਆ। ਖੈਰ ਚਲੋ, ਹਾਂਜੀ ਆਪਣੀ ਗੱਲ ਸਾਂਝੀ ਕਰੋ ਸੋਢੀ ਸਾਹਿਬ। ਵੇਖੋ, ਗੱਲ ਇਹ ਆ ਵੀ ਜਿਸ ਤਰ੍ਹਾਂ ਲਾਗੇ ਸੋਈ ਜਾਣੇ, ਕੌਣ ਜਾਣੇ ਪੀੜ ਪੜਾਈ ਜੀ। ਜਿਨ੍ਹਾਂ ਦਾ ਮੁੰਡਾ ਗਿਆ ਵਾ, ਕੰਧ ਵਰਗਾ ਜਵਾਨ ਜੀ, ਉਹ ਧਰਨੇ ਨਾਲ ਲਾਉਣ ਤੇ ਕੀ ਕਰਨਾ ਜੀ। ਠੀਕ ਹੈ ਨਾ ਜੀ। ਧਰਨੇ ਕਿਨੇ ਨਹੀਂ ਲਾਏ? ਇਹ ਕੇਜਰੀਵਾਲ ਦੀ ਜਦੋਂ ਪਹਿਲੀ ਵਾਰ 49 ਦਿਨ ਰਹਿ ਕੇ ਸਰਕਾਰ ਟੁੱਟੀ ਆ, ਇਹਨੇ ਤੇ ਝੁੱਗੀ ਪਾ ਲਈ ਸੀ ਉੱਥੇ ਰਾਮਲੀਲਾ ਗਰਾਊਂਡ ਦੇ ਵਿੱਚ ਜੀ। ਰਹਿੰਦਾ ਹੀ ਧਰਨਿਆਂ ਤੇ ਹੁੰਦਾ ਸੀ। ਕਦੀ ਕਹਿੰਦਾ ਨਜੀਬ ਜੰਗ ਨੇ ਮੈਨੂੰ ਚੁੰਡੀ ਵੱਢਤੀ ਆ, ਕਦੀ ਮੈਨੂੰ ਧੱਫਾ ਮਾਰਤਾ, ਕਦੀ ਮੈਨੂੰ ਆਹ ਕਰਤਾ, ਕਦੀ ਮੈਨੂੰ ਇਹਨੇ। ਉਦੋਂ ਧਰਨੇ ਚੰਗੇ ਸੀ ਤੇ ਹੁਣ ਧਰਨੇ ਮਾੜੇ ਹੋ ਗਏ ਆ। ਜੀ ਜੀ। ਹੈ ਤੇ ਦੂਜੀ ਗੱਲ, ਜਿਹੜੀ ਵੱਡੀ ਪਾਰਟੀ ਆ, ਜਿਹੜੀ ਕਹਿੰਦੀ ਵੀ ਇਹ ਵਿਸ਼ਵ ਵਿਆਪੀ ਪਾਰਟੀ ਆ, 1984-85 ਦੇ ਵਿੱਚ ਜਦੋਂ ਸ਼ਿਆਮ ਪਟਰੋਡਾ ਨੇ ਆ ਸਾਰੀ ਇਲੈਕਟ੍ਰੋਨਿਕ ਤੇ ਆ ਇੰਟਰਨੈਟ ਵਗੈਰਾ ਲਿਆਂਦਾ, ਟੈਲੀਫੋਨ 'ਚ ਰੈਵੋਲੂਸ਼ਨ ਆਇਆ ਤੇ ਸਾਰਾ ਕੁਝ ਕੰਪਿਊਟਰ ਚੱਲੇ ਆ, ਤੇ ਇਹ ਤੁਹਾਡਾ ਵਾਜਪਾਈ ਸਾਹਿਬ ਬੈਲ ਗੱਡਾ ਜੋ ਕਿ ਨਾਰੇ ਸਾਨ ਲਿਆਂਦੇ ਸੀ ਨਗੌਰੀ, ਉੱਥੋਂ ਰਾਜਸਥਾਨ ਤੋਂ ਵੱਡੇ ਸਿੰਘਾਂ ਵਾਲੇ ਬੈਲ ਜੋ ਕਿ ਤੇ ਮੁਰਲੀ ਮਨੋਹਰ ਜੋਸ਼ੀ ਤੇ ਐਲਕੇ ਅਡਵਾਨੀ ਨਾਲ ਬੈਠੇ ਸੀ, ਤੇ ਇਹ ਪਾਰਲੀਮੈਂਟ ਹਾਊਸ ਲੈ ਗਏ ਸੀ ਗੱਡਾ, सारियां सिक्योरिटियां तोड़ के कि हम तो जी हैं वो गड्ढा चलाने वाले, बैलगाड़ी चलाने वाले, हमें ये क्या होएगा, हमारे वेले हो जाएंगे, क्लर्क वेले हो जाएंगे, फलान हो जाएगा। उदों धरने जायज सी, राइट है। देखो धरने नजायज तुसीं तां कहो भी जे तुसीं ओनूं दे रहे हो, जे किसी दा बच्चा रोंदा ਤੇ ਤੁਸੀਂ ਉਹ ਟੌਫੀ ਮੰਗਦਾ, ਤੁਸੀਂ ਉਹਦੀ ਟੌਫੀ ਹੱਥ ਤੇ ਧਰੋ ਤੇ ਫੇਰ ਉਹਨੂੰ ਪੁੱਛੋ ਵੀ ਤੂੰ ਕਿਉਂ ਹੁਣ ਰੋਣਾ।
ਤੇ ਜੇ ਤੁਸੀਂ ਉਹਨੂੰ ਟੌਫੀ ਦਿੰਦੇ ਹੀ ਨਹੀਂ ਤੇ ਤੁਸੀਂ ਰੋਂਦੇ ਨੂੰ ਚੁੱਪ ਕਰਾਉਣ ਲਈ ਹੋਰ ਚਪੇੜ ਉਹਦੇ ਕੰਨਾਂ ਤੇ ਮਾਰਦੇ ਹੋ, ਤੇ ਵੀ ਇਹ ਤਾਂ ਕੋਈ ਇਨਸਾਨੀਅਤ ਨਹੀਂ ਨਾ। ਸੋ ਤੁਹਾਨੂੰ ਪਹਿਲਾਂ ਇਨਸਾਫ ਦੀ ਗੱਲ ਕਰਨੀ ਪੈਣੀ, ਇਨਸਾਫ ਦੇਣਾ ਪੈਣਾ, ਤੇ ਫਿਰ ਕਹੋ ਵੀ ਹੁਣ ਕਿਉਂ ਧਰਨਾ ਲਾਉਂਦੇ ਜੇ? ਹੁਣ ਕਿਉਂ ਧਰਨਾ ਲਾਉਂਦੇ ਜੇ ਉਹ ਲਾਉਣ ਤੇ? ਜੀ ਨੰਬਰ 2, ਜੋ ਪੰਜਾਬ ਦੀ ਕਾਨੂੰਨ ਦੀ ਹਾਲਤ ਆ, ਤੁਸੀਂ ਉਹ ਗੋਇੰਦਵਾਲ ਜੇਲ੍ਹ ਤੋਂ ਵੇਖ ਹੀ ਲਈ ਸੀ। ਤੇ ਕੱਲ ਜਿਹੜਾ ਮੁੰਡਾ ਆਨੰਦਪੁਰ ਸਾਹਿਬ ਮਾਰਿਆ ਜੀ, ਉਹ ਕੁੱਟ ਕੇ ਨਿਹੰਗ ਜਿਹੜਾ ਕੈਨੇਡਾ ਦਾ PR ਸੀ, ਉਹਦਾ ਕੀ ਕਸੂਰ ਸੀ? ਇਹੀ ਕਿਹਾ ਸੀ ਮੈਂ ਵੀ ਇੱਥੇ ਗੁਰੂ ਘਰ ਆਏ ਹੋ ਤੇ ਕੀ ਕਰਦੇ ਪਏ ਹੋ। ਜੀ ਜੀ ਉਦੋਂ ਸਾਡੀ ਪੁਲਿਸ ਕਿੱਥੇ ਸੀ ਤੇ SGPC ਦੀ ਟਾਸਕ ਫੋਰਸ ਕਿੱਥੇ ਸੀ? ਉੱਥੇ ਤੇ ਟਾਸਕ ਫੋਰਸ ਹੀ ਹੁੰਦੀ ਹੈ ਜੀ, ਉੱਥੇ ਪੁਲਿਸ ਨਾਰਮਲੀ ਹੁੰਦੀ ਨਹੀਂ ਜੀ। ਮੇਲਾ ਨਹੀਂ ਸੰਧੂ ਸਾਹਿਬ, ਇਹ ਨਹੀਂ ਗੱਲ। ਮੇਲਾ ਜਿਹੜਾ ਨਾ ਇਹਨੂੰ ਆਰਗੇਨਾਈਜ਼ ਕਰਨ ਵਾਸਤੇ ਆਨੰਦਪੁਰ ਸਾਹਿਬ ਦਾ ਮੇਲਾ ਕਮ ਸੇ ਕਮ 5000 ਪੁਲਿਸ ਵਾਲਾ ਸੀ ਉੱਥੇ। ਉਹ ਹੁੰਦਾ ਜੀ, ਪਰ ਉਹ ਵਿੱਚ ਜਦੋਂ ਕਰਾਊਡ ਦੇ ਵਿੱਚ ਨਹੀਂ ਨਾ ਹੁੰਦਾ, ਉੱਥੇ ਤੁਹਾਨੂੰ ਪਤਾ ਹੀ ਜੇ ਪੁਲਿਸ ਵਾਲੇ ਦਿਸਦੇ ਆ ਤੇ ਪੁਲਿਸ ਵਾਲਿਆਂ ਨੂੰ ਲੋਕੀ ਇਤਰਾਜ਼ ਕਰਦੇ ਆ। ਉੱਥੇ ਮੈਂ ਕਈ ਵਾਰ ਗਿਆ ਵਾਂ, ਲੋਕੀ ਇਤਰਾਜ਼ ਕਰਦੇ, ਸੋ ਪੁਲਿਸ ਵਾਲੇ ਪਾਸੇ ਰਹਿੰਦੇ ਉੱਥੋਂ। ਬਟ ਜੋ ਵੀ ਹੋਇਆ ਜੀ, ਇਹ ਫੜ ਸਕਦੇ ਸੀ, ਇਹ ਫੜਨਾ ਚਾਹੁੰਦੇ ਤਾਂ ਲਟੌਰ ਫੜ ਸਕਦੇ ਸੀ। ਪਰ ਗੱਲ ਹੈ ਵੀ ਉਹ ਹੋਣੇ ਹੀ ਕਿਸੇ ਨੇਤਾ ਦੇ ਚਮਚੇ ਆ, ਉਹਦੇ ਬੁਰਛੇ ਆ, ਤੇ ਉਹਨਾਂ ਨੂੰ ਫੜਨਾ ਕਹਿੰਦੇ ਆ। ਸ਼ੋਰ ਬਹੁਤ ਮਾੜਾ ਹਾਲ। ਥੈਂਕ ਯੂ। ਹਾਲਤ ਮਾੜੀ ਆ, ਅਮਨ ਕਾਨੂੰਨ ਦੀ ਵਿਵਸਥਾ ਕਾਫੀ ਮਾੜੀ ਆ। ਔਰ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਸੱਜਣ ਸ਼ਾਇਦ ਨਿਹੰਗ ਦੇ ਬਾਣੇ ਦੇ ਵਿੱਚ ਸੀ, ਜਿਹੜਾ ਕੈਨੇਡਾ ਤੋਂ ਆਇਆ ਸੀ, ਉਹਨੂੰ ਕੁੱਟ ਕੇ ਲੋਕਾਂ ਨੇ ਮਾਰਤਾ। ਬਹੁਤ ਅਫਸੋਸ ਦੀ ਗੱਲ ਆ। ਔਰ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਕਿ ਕਿਸੇ ਔਰਤ ਦਾ ਕੋਈ ਪਰਸ ਖੋ ਕੇ ਭੱਜ ਗਿਆ। ਸਾਹਮਣੇ ਵੀਡੀਓ ਅੱਜ ਕੱਲ੍ਹ ਵੀਡੀਓ 'ਚ ਕਾਫੀ ਆ ਜਾਂਦਾ ਵਾ। ਸੋ ਬਹੁਤ ਅਫਸੋਸ ਦੀ ਗੱਲ ਹੈ, ਇਹ ਗੱਲਾਂ ਹੋ ਰਹੀਆਂ ਵਾ। ਔਰ ਸੋਢੀ ਸਾਹਿਬ ਦਾ ਕਹਿਣਾ ਵਾ ਵੀ ਇਨਸਾਫ ਨਹੀਂ ਮਿਲ ਰਿਹਾ ਤੇ ਧਰਨਾ ਲਾਉਣਾ ਹੀ ਆ ਪਰਿਵਾਰ ਨੇ। ਅੰਮ੍ਰਿਤਪਾਲ ਔਲਖ ਦਾ ਵਿਚਾਰ ਆਇਆ ਵਾ ਕਿ ਜਿਨ੍ਹਾਂ ਮਾਪਿਆਂ ਦਾ ਹੋਣਹਾਰ ਤੇ ਨੌਜਵਾਨ ਪੁੱਤਰ ਅਜਿਹੀ ਮੌਤ ਮਾਰਿਆ ਗਿਆ ਹੋਵੇ, ਉਸ ਤੋਂ ਵੱਡਾ ਦੁੱਖ ਨਹੀਂ ਹੋ ਸਕਦਾ। ਜਦੋਂ ਹੁਣ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਤਾਂ ਉਹ ਕਸੂਰਵਾਰਾਂ ਦਾ ਨਾਮ ਲੈ ਰਹੇ ਨੇ, ਤਾਂ ਸਰਕਾਰ ਬਣਦੀ ਕਾਰਵਾਈ ਨਹੀਂ ਕਰ ਰਹੀ। ਸਰਕਾਰ ਹਰ ਮਸਲੇ ਤੇ ਡੰਗ ਟਪਾ ਰਹੀ ਆ। ਹੌਲੀ ਹੌਲੀ ਸਬੂਤ ਵੀ ਖਤਮ ਹੋ ਰਹੇ ਹਨ। ਸੋ ਇੱਕ ਤਰੀਕੇ ਨਾਲ ਅੰਮ੍ਰਿਤਪਾਲ ਔਲਖ ਵੀ ਉਹੀ ਕਹਿ ਰਹੇ ਨੇ ਜੋ ਸੋਢੀ ਸਾਹਿਬ ਨੇ ਕਿਹਾ ਵਾ ਕਿ ਫਿਰ ਉਹ ਕੀ ਕਰਨ, ਮਾਪੇ ਜਿਹੜੇ ਨੇ ਧਰਨਾ ਲਾਉਣ ਲਈ ਮਜਬੂਰ ਨੇ। ਮਨਰਾਜ ਗਿੱਲ, ਬਲਤੇਜ ਪੰਨੂ ਦਾ ਨਾਂ ਉਹਨਾਂ ਨੇ ਫਿਰ ਲਿਆ ਵਾ। ਮੈਨੂੰ ਅਫਸੋਸ ਹੈ ਵੀ ਬਲਤੇਜ ਪੰਨੂ ਮੇਰੇ ਜਰਨਲਿਜ਼ਮ ਦੇ ਸਾਥੀ ਨੇ, ਪਰ ਕਿਉਂਕਿ ਹੁਣ ਕੱਲ੍ਹ ਵੀ ਉਹਨਾਂ ਦਾ ਨਾਂ ਲਿਆ ਗਿਆ ਜਿੱਥੇ ਧਰਨਾ ਲੱਗਾ ਹੋਇਆ ਸੀ, ਔਰ ਕਮੈਂਟ ਔਰ ਮਸਲਾ ਬਣ ਗਿਆ ਵਾ, ਉਹਨਾਂ ਦੇ ਖਿਲਾਫ ਐਕਸ਼ਨ ਦੀ ਕਾਰਵਾਈ ਦੀ ਮੰਗ ਕਰ ਰਹੇ ਆ। ਮਨਰਾਜ ਗਿੱਲ ਕਹਿ ਰਹੇ ਨੇ ਕਿ ਕਿਉਂ ਨਹੀਂ ਕਾਰਵਾਈ ਉਹਨਾਂ 'ਤੇ ਹੋ ਰਹੀ, ਉਹਦੀ ਗਲਤੀ ਕਰਕੇ ਹੀ ਸਿੱਧੂ ਮੂਸੇਵਾਲੇ ਦਾ ਕਤਲ ਪੋਸੀਬਲ ਹੋਇਆ, ਇਹ ਉਹਨਾਂ ਦਾ ਕਹਿਣਾ। ਵੈਦ ਠੰਡੂ ਰਾਮ ਸਰਪੰਚ ਕਹਿ ਰਹੇ ਨੇ ਸਿਆਸੀ ਲੋਕ ਉਹਨਾਂ ਘਰ ਬੈਠਣ ਲਈ ਨਹੀਂ ਦੇ ਰਹੇ ਜੀ, ਲੋਕ ਦੁੱਖ ਘਟਣ ਨਹੀਂ ਦੇ ਰਹੇ। ਉਹਨਾਂ ਹੱਥ ਦਾ ਨਾਮ ਲੈਣ, ਉਹਨਾਂ ਰੱਬ ਦਾ ਨਾਮ ਲੈਣ ਦਿਓ ਜੀ, ਵਾਹਿਗੁਰੂ ਦੀ ਮਿਹਰ ਕਰਨ। ਦੇਖੋ ਜੀ, ਇਹ ਤਾਂ ਉਹਨਾਂ ਦੀ ਮਰਜ਼ੀ ਆ ਕਿ ਉਹ ਰੱਬ ਦਾ ਸਿਰਫ ਨਾਂ ਲੈਣਾ ਚਾਹੁੰਦੇ ਨੇ, ਕਿ ਇਨਸਾਫ ਦੀ ਗੁਹਾਰ ਕੰਟੀਨਿਊ ਕਰਨਾ ਚਾਹੁੰਦੇ ਆ ਵੈਦ ਠੰਡੂ ਰਾਮ ਸਰਪੰਚ ਜੀ। ਪਰ ਲੱਗ ਰਿਹਾ ਵਾ ਵੀ ਬਲਕੌਰ ਸਿੰਘ ਬਹੁਤ ਮਾਪੇ ਨਾਰਮਲੀ ਟੁੱਟ ਜਾਂਦੇ ਜਦੋਂ ਇਹੋ ਜਿਹਾ ਜਵਾਨ ਪੁੱਤਰ ਚੱਲ ਜਾਏ, ਪਰ ਬੜੀ ਜਾਨ ਹੈ ਸ਼ਖਸ ਦੇ ਵਿੱਚ, ਔਰ ਉਹ ਪੁੱਤ ਦੀ ਇਨਸਾਫ ਲਈ ਲਗਾਤਾਰ ਲੜ ਰਹੇ ਨੇ। ਕਾਬਲੇ ਤਾਰੀਫ ਹੈ ਉਹਨਾਂ ਦੀ ਜਿਹੜੀ ਜਦੋਜਹਿਦ ਆ। ਮਿਸਕੀ ਗੁਪਤਾ ਦਾ ਕਮੈਂਟ ਹੈ ਕਿ ਕੱਲ੍ਹ ਅਨੰਦਪੁਰ ਸਾਹਿਬ ਜੀ ਦੇ ਪਾਵਨ ਧਰਤੀ 'ਤੇ ਇੱਕ ਨੌਜਵਾਨ ਦਾ ਕਤਲ ਮੰਦਭਾਗਾ ਹੈ, ਉਹਨੂੰ ਤਲਵਾਰ ਨਾਲ ਜਾਂ ਛੁਰੇ ਨਾਲ ਮਾਰਿਆ ਗਿਆ। ਨਰਿੰਦਰਪਾਲ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਅਵਤਾਰ ਸਿੰਘ ਢਿੱਲੋਂ ਦਾ ਕਮੈਂਟ ਆਇਆ ਵਾ ਕਿ ਜਿਸ ਕੇਸ ਵਿੱਚ ਸਰਕਾਰ ਸਿੱਧੇ ਤੌਰ 'ਤੇ ਸ਼ਾਮਲ ਹੋਵੇ, ਉੱਥੇ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ, ਧਰਨਾ ਲਾਉਣਾ ਉਹਨਾਂ ਦਾ ਹੱਕ ਬਣਦਾ ਸੀ। ਅਵਤਾਰ ਸਿੰਘ ਢਿੱਲੋਂ ਦਾ ਕਮੈਂਟ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ ਭਾਈ ਸਾਹਿਬ, ਔਨ 에ਅਰ ਜੇ ਤੁਸੀਂ। ਹਾਂ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ੇਰਗਿੱਲ ਜੀ। ਸੰਧੂ ਸਾਹਿਬ, ਮੈਂ ਇਹ ਕਹਿਣਾ ਚਾਹੁੰਦਾ, ਤੁਸੀਂ ਇੱਥੇ ਇਸ ਧਰਤੀ ਤੇ ਇਨਸਾਫ ਲੈ ਲਓਗੇ? ਸਰ 25000 ਨੌਜਵਾਨਾਂ ਦੀ ਕਾਤਲ ਕਾਂਗਰਸ ਜੀ 1984 ਦੇ ਵਿੱਚ ਕਿੰਨੀਆਂ ਸਟੇਟਾਂ ਦੇ ਵਿੱਚ ਸਿੱਖਾਂ ਦਾ ਜਨੋਸਾਈਡ ਹੋਇਆ ਜੀ, ਠੀਕ ਹੈ, ਅੱਜ ਤੱਕ ਇਨਸਾਫ ਮਿਲਿਆ? ਵਿਧਵਾ ਕਲੋਨੀਆਂ ਬਣ ਚੁੱਕੀਆਂ ਨੇ, ਕੋਈ ਇਨਸਾਫ ਮਿਲਿਆ ਜੀ? ਜਿਹੜੀ ਹੁਣ ਸੇਖੋ ਸਾਹਿਬ ਜਿਹੜੀ ਰਿਪੋਰਟ ਦੇ ਪਿੱਛੇ ਜੇਲ੍ਹ 'ਚ ਬੈਠਾ, ਚੰਡੀਗੜ੍ਹ ਬੜੈਲ ਜੇਲ੍ਹ 'ਚ, ਉਸ ਰਿਪੋਰਟ 'ਚ ਕਿੱਡੇ ਲੋਕਾਂ ਦੇ ਨਾਂ ਨੇ, ਕਿੱਡੇ ਪੁਲਿਸ ਅਫਸਰਾਂ ਦੇ ਨਾਂ ਨੇ। ਸਰ ਕੋਈ ਇਨਸਾਫ ਦੇ ਦੂ? ਕੋਈ ਨਸ਼ਾ ਬੰਦ ਕਰ ਦੂ? ਕੋਈ ਕਤਲ ਬੰਦ ਕਰ ਦੂ? ਸਰ ਮੌੜ ਬੰਬ ਧਮਾਕੇ 'ਚੋਂ ਕਾਂਗਰਸ ਦੀ ਸਰਕਾਰ ਨਿਕਲੀ ਸੀ, ਠੀਕ ਹੈ ਜੀ। 44 ਫੌਜੀ 2019 'ਚ ਮਾਰ ਕੇ ਇੱਥੇ BJP ਦੀ ਸਰਕਾਰ ਨਿਕਲੀ ਦੁਬਾਰੇ। ਇਹਨਾਂ ਨੇ ਖਬਰ ਹੈ ਹੋਰ ਕਿਹਨੂੰ ਮਾਰ ਕੇ ਸਰਕਾਰਾਂ ਕੱਢਣੀਆਂ ਨੇ। ਇਹ ਸਰ ਜਿਹੜਾ ਸਾਡੇ ਦੇਸ਼ ਦਾ ਪੋਲੀਟੀਸ਼ੀਅਨ ਹੈ, ਇਹ ਕਰਪਟ ਤੇ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਹੋ ਚੁੱਕਿਆ।
ਇਹਨੂੰ ਕਾਬੂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਏਜੰਸੀਆਂ ਵੀ ਇਹਦੇ ਥੱਲੇ ਕੰਮ ਕਰਦੀਆਂ ਨੇ। ਜਦ ਤੱਕ ਏਜੰਸੀਆਂ ਆਜ਼ਾਦ ਨਹੀਂ ਹੁੰਦੀਆਂ, ਦੇਸ਼ ਦਾ ਕੁਝ ਨਹੀਂ ਹੋ ਸਕਦਾ, ਦੇਸ਼ ਦਾ ਕੁਝ ਨਹੀਂ ਹੋ ਸਕਦਾ। ਥੈਂਕ ਯੂ ਸਰ। ਮਿਹਰਬਾਨੀ। ਪ੍ਰੀਤ ਕਮਲ ਦਾ ਕਮੈਂਟ ਆਇਆ ਵਾ, ਇਸ ਕਮੈਂਟ ਤੋਂ ਬਾਅਦ ਮੈਂ ਫਿਰ ਬ੍ਰੇਕ ਲਊਂਗਾ। ਉਹ ਕਹਿ ਰਹੇ ਨੇ ਬਲਤੇਜ ਪੰਨੂ ਕਹਿ ਰਹੇ ਨੇ ਕਿ ਬਲਤੇਜ ਪੰਨੂ ਜੀ ਕਹਿ ਰਹੇ ਨੇ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ, ਇਸ ਲਈ ਕਿ ਮਾਨ ਦੇ ਦੋਸਤ ਹਨ। ਜੇ ਪਿਤਾ ਨੇ ਇੱਕ ਆਵਾਜ਼ ਦੇ ਦਿੱਤੀ ਸਰਕਾਰ ਕੋਲੋਂ, ਸੰਭਾਲਿਆ ਨਹੀਂ ਜਾਣਾ ਜਿੰਨਾ ਲੋਕ ਪਿਆਰ ਕਰਦੇ ਉਹਨੂੰ। ਕੋਈ ਕਲੈਰਿਟੀ ਨਹੀਂ ਪ੍ਰੀਤ ਕਮਲ ਜੀ ਤੁਹਾਡੇ ਕਮੈਂਟ ਦੀ। ਦਰਸ਼ਨ ਧਾਲੀਵਾਲ ਕਹਿ ਰਹੇ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਤੱਕ ਇਸ ਕੇਸ ਵਿੱਚ ਕੋਈ ਕਾਰਵਾਈ ਬਾਰੇ ਮੂਸੇਵਾਲੇ ਦੇ ਮਾਪਿਆਂ ਨੂੰ ਦੱਸਿਆ ਜਾਵੇ, ਜੋ ਵੀ ਪੁਖਤਾ ਕਾਰਵਾਈ ਹੋ ਰਹੀ ਆ ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਲਗਾਤਾਰ ਲਿਆ ਜਾਵੇ। ਇਹ ਦਰਸ਼ਨ ਧਾਲੀਵਾਲ ਹੋਣਾ ਦਾ ਵਿਚਾਰ ਆ। ਅੱਜ ਅਸੀਂ ਗੱਲ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਦੇ ਕਤਲ ਦੀ। ਉਸ ਕਤਲ ਦੇ ਵਿੱਚ ਇਨਸਾਫ ਦੀ ਮੰਗ ਕਰਦੇ ਹੋਏ ਕੱਲ ਉਹਨਾਂ ਦੇ ਮਾਪਿਆਂ ਨੇ, ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ, ਪਿਤਾ ਬਲਕੌਰ ਸਿੰਘ ਨੇ, ਮਾਤਾ ਚਰਨ ਕੌਰ ਨੇ ਵਿਧਾਨ ਸਭਾ ਪਰਿਸਰ ਦੇ ਬਾਹਰ ਧਰਨਾ ਦਿੱਤਾ। ਕਾਂਗਰਸ ਵੇਲੇ ਵੀ ਸ਼ਾਮਲ ਹੋਏ, ਸਰਕਾਰ ਦੇ ਮੰਤਰੀ ਵੀ ਉੱਥੇ ਪਹੁੰਚੇ। ਧਰਨਾ ਉਹਨਾਂ ਨੇ ਬਾਅਦ ਚੁੱਕ ਲਿਆ ਜਦੋਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਸਰਕਾਰ ਵੱਲੋਂ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਔਰ 20 ਤਰੀਕ ਤੋਂ ਬਾਅਦ ਮੁੱਖ ਮੰਤਰੀ ਉਹਨਾਂ ਨੂੰ ਆ ਕੇ ਮਿਲਣਗੇ। ਇਸ ਧਰਨੇ ਤੋਂ ਬਾਅਦ ਇੱਕ 14 ਸਾਲਾਂ ਦਾ ਰਾਜਸਥਾਨ ਦਾ ਲੜਕਾ ਜਿਹੜਾ ਧਮਕੀਆਂ ਦੇ ਰਿਹਾ ਸੀ ਸਮਾਰਟਫੋਨ ਤੇ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਵਾ। ਸੋ ਇੰਜ ਲੱਗਦਾ ਵਾ ਵੀ ਸਰਕਾਰ ਕੱਲ ਧਰਨੇ ਤੋਂ ਬਾਅਦ ਹਰਕਤ 'ਚ ਆਈ। ਇਹ ਧਮਕੀਆਂ ਕਈ ਦਿਨਾਂ ਤੋਂ ਦਿੱਤੀਆਂ ਜਾ ਰਹੀਆਂ ਸੀ, ਹੁਣ ਤੱਕ ਕਿਉਂ ਨਹੀਂ ਸੀ ਉਹਨੂੰ ਗ੍ਰਿਫਤਾਰ ਕੀਤਾ ਗਿਆ? ਸੋ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਧਰਨਾ ਇਹ ਲਾਉਣਾ ਮਾਂ ਪਿਓ ਦਾ ਜਾਇਜ਼ ਸੀ ਕਿ ਸਰਕਾਰ ਪੁਖਤਾ ਕਾਰਵਾਈ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਜਾਂ ਸਰਕਾਰ ਨੂੰ ਹੋਰ ਕਈ ਕੁਝ ਕਰਨ ਦੀ ਲੋੜ ਹੈ? ਇਹਦੇ ਤੇ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ। ਕਾਫੀ ਕਮੈਂਟਸ ਫੇਸਬੁੱਕ ਤੇ ਵੀ ਆ ਰਹੇ ਆ। ਪ੍ਰੀਤ ਕਮਲ ਹੁਣਾਂ ਦਾ ਆਸਟ੍ਰੇਲੀਆ ਤੋਂ ਕਮੈਂਟ ਆਇਆ ਸੀ ਜਿਹੜਾ ਮੈਨੂੰ ਸਮਝ ਨਹੀਂ ਸੀ ਆਇਆ, ਹੁਣ ਉਹਨਾਂ ਨੇ ਕਲੈਰੀਫਾਈ ਕੀਤਾ ਵਾ ਕਿ ਜੇ ਉਹਦੇ ਪਿਤਾ ਜਾਂ ਕੁਝ ਲੋਕ ਬਲਤੇਜ ਪੰਨੂ ਦਾ ਨਾਂ ਲੈ ਰਹੇ ਨੇ ਤੇ ਉਹ 'ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਕੀ ਇਸ ਕਰਕੇ ਨਹੀਂ ਕਾਰਵਾਈ ਹੋ ਰਹੀ ਕਿ ਉਹ ਮੁੱਖ ਮੰਤਰੀ ਦੇ ਦੋਸਤ ਨੇ? ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਲੋਕੀ ਪਿਆਰ ਕਰਦੇ ਨੇ ਔਰ ਜੇ ਉਹਦੇ 'ਤੇ ਕਾਰਵਾਈ, ਪੁਖਤਾ ਕਾਰਵਾਈ ਨਾ ਹੋਈ, ਜਿਸ ਤਰੀਕੇ ਨਾਲ ਲੋਕੀ ਉਹਨਾਂ ਦੇ ਹਰ ਐਤਵਾਰ ਘਰ ਜਾਂਦੇ ਆ, ਜੇ ਉਹਦੇ ਪਿਤਾ ਜੀ ਨੇ ਕੋਈ ਕਾਲ ਦਿੱਤੀ ਤੇ ਬਹੁਤ ਵੱਡੀ ਦਿੱਕਤ ਸਰਕਾਰ ਵਾਸਤੇ ਖੜੀ ਹੋ ਜਾਏਗੀ। ਹਰਦੀਪ ਸਿੰਘ ਸੋਢੀ ਨੇ ਗੱਲ ਕੀਤੀ ਆ ਕਿ ਕਾਂਗਰਸ, ਸ਼ੇਰ ਸਿੰਘ ਨੇ ਕਿਹਾ ਸੀ ਵੀ ਕਾਂਗਰਸ ਨੇ ਬਹੁਤ ਲੋਕ, ਹਜ਼ਾਰਾਂ ਸਿੱਖ ਮਾਰੇ ਸਨ। ਉਹਨਾਂ ਕਿਹਾ ਕਿ ਵਾਕਈ ਬਹੁਤ ਮਾੜੀ ਗੱਲ ਹੈ, ਲੇਕਿਨ ਜੋ ਬੀਜੇਪੀ ਕਰਦੀ ਰਹੀ ਆ ਉਹਦੇ ਬਾਰੇ ਵੀ ਕਦੀ ਗਿਣਤੀ ਕਰਿਓ। ਇਹ ਹਰਦੀਪ ਸਿੰਘ ਸੋਢੀ ਦਾ ਕਮੈਂਟ ਹੈ। ਦਵਿੰਦਰ ਲੋਪੋਂ, ਸੁਖਵੰਤ ਚੀਮਾ ਵੀ ਸਾਡੇ ਨਾਲ ਫੇਸਬੁੱਕ ਤੇ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸੰਮਤ ਬੋਲਦਾ ਭਾਈ ਫਰੀਦਕੋਟ ਤੋਂ। ਫਰੀਦਕੋਟ ਤੋਂ ਕੌਣ ਜੀ? ਅੰਮ੍ਰਿਤ ਭਾਜੀ। ਹਾਂਜੀ ਹਾਂਜੀ ਅੰਮ੍ਰਿਤ। ਇਹ ਭਾਜੀ ਚੱਕਰ ਤਾਂ ਇਹ ਹੈਗਾ ਨਾ ਵੀ ਹੁਣ ਮਸਲਾ ਅੱਜ ਗਿਆ ਭਾਜੀ। ਇਹਦਾ ਪੁੱਤ ਮਰ ਗਿਆ, ਚਲੋ ਭਾਜੀ ਦੇਖੋ ਬਹੁਤ ਦੁੱਖ ਦੀ ਘੜੀ ਹੈ, ਬਹੁਤ ਦੁੱਖ ਦੀ ਤਕਲੀਫ ਹੈ। ਪਰ ਉਸ ਨੇ ਵੀ ਜਿਹੜੀਆਂ ਗਲਤੀਆਂ ਵੀ ਭਾਜੀ, ਉਹਨੂੰ ਪਤਾ ਸੀਗਾ ਵੀ ਇੰਨੀਆਂ ਮੈਨੂੰ ਧਮਕੀਆਂ ਮਿਲਦੀਆਂ, ਉਹਨੂੰ ਏਦਾਂ ਜਾਣਾ ਨਹੀਂ ਸੀ ਚਾਹੀਦਾ। ਉੱਥੇ ਸਿਕਿਉਰਿਟੀ ਦਾ ਤਾਂ ਕੰਮ ਹੀ ਨਹੀਂ ਸੀ ਭਾਜੀ ਹੈਗਾ। ਰਾਈਟ, ਸਿਕਿਉਰਿਟੀ ਦਾ ਕੰਮ ਤਾਂ ਭਾਜੀ ਇੱਕ ਪੁਲਿਸ ਵਾਲਾ ਵੀ ਨਾਲ ਹੁੰਦਾ, ਉਹਦੇ ਕੋਲ AK-47 ਸੀਗੀ ਭਾਜੀ, ਸਾਹਮਣੇ ਜਿੱਦਾਂ ਮਰਜ਼ੀ ਕਰ ਲੈਂਦੇ। ਹੁਣ ਇਹ ਭਾਜੀ ਜਿਹੜੀ ਗੇਮ ਖੇਡੇ, ਜਿੱਦਾਂ ਹੁਣ ਤੱਕ ਭਾਜੀ ਹੋਇਆ 70 ਸਾਲਾਂ ਚ ਉਹੀ ਗੇਮ ਹੁਣ ਚੱਲ ਰਹੀ ਹੈ। ਅੱਗੇ ਜਿਹੜੇ ਨਾਲ ਬੈਠੇ ਆ ਇਹ ਸਾਰੇ ਪਖੰਡੀ ਸਾਹਿਬ, ਗੇਮ ਹੀ ਇਹਨਾਂ ਦੀ, ਹੋਰ ਕੀ ਹੈ? ਹੁਣ ਤਾਂ ਉਹਨਾਂ ਨੂੰ ਕਾਨੂੰਨ ਤੇ ਵਿਸ਼ਵਾਸ ਰੱਖਣਾ ਚਾਹੀਦਾ ਵੀ ਭਾਜੀ ਇਨਕੁਆਇਰੀ ਹੋ ਰਹੀ ਹੈ, ਦੇਖੋ ਕੀ ਬਣਦਾ ਹੈ। ਬਾਕੀ ਰਹੀ ਜੇਲ੍ਹਾਂ ਦੇ ਵਿੱਚ ਭਾਜੀ, ਜੇਲ੍ਹਾਂ 'ਚ ਕਿਤੇ ਹੁਣ ਤਾਂ ਇਹ ਗੱਲ ਚੱਲੀ ਨਹੀਂ ਹੈਗੀ। ਇਹ ਤਾਂ ਜਿਹੜੇ ਵੱਡੇ ਮਗਰਮੱਛ ਪਹਿਲਾਂ ਦੇ ਸਾਡੇ ਮਗਰ ਪਏ ਹੋਏ ਆ, ਉਹਨਾਂ ਨੇ ਖਰਾਬ ਕੀਤਾ ਜੇਲ੍ਹਾਂ 'ਚ ਕੰਮ। ਸ਼ੋਰ, ਇਹ ਹੁਣ ਤਾਂ ਨਹੀਂ ਹੋ ਰਿਹਾ ਹੈਗਾ, ਹੁਣ ਵੀ ਹੋ ਰਿਹਾ। ਜਿਹੜੇ ਆ ਗੋਇੰਦਵਾਲ 'ਚ ਹੋਇਆ, ਉਹ 5 ਦਿਨ ਪਹਿਲਾਂ ਹੀ ਉੱਥੇ ਦੋ ਗੈਂਗਸਟਰਾਂ ਦਾ ਕਤਲ ਹੋਇਆ ਜੇਲ੍ਹ ਦੇ ਵਿੱਚ, ਔਰ ਫਿਰ ਵੀਡੀਓ ਬਣੀ ਉਹਦੀ। ਨਹੀਂ ਭਾਜੀ, ਉਹਨਾਂ ਦੀ ਦੇਣ ਹੈ। ਹੁਣ ਜਿਹੜੇ ਆਮ ਆਦਮੀ ਪਾਰਟੀ 'ਚ ਜੰਗ ਮੁੰਡੇ ਆਏ ਆ, ਇਹਨਾਂ ਨੂੰ ਤਾਂ ਜੇ ਪੋਲੀਟਿਕਸ ਦਾ ਪਤਾ ਹੀ ਨਹੀਂ ਵਿਚਾਰਿਆਂ ਨੂੰ। ਜਿਹੜੇ ਪੁਰਾਣੇ ਮਗਰਮੱਛ ਆ ਉਹੀ ਕਰ ਰਹੇ ਆ ਭਾਜੀ। ਨਹੀਂ ਪਤਾ ਤਾਂ ਨਹੀਂਗਾ, ਪਰ ਜ਼ਿੰਮੇਵਾਰੀ ਤਾਂ ਤੁਹਾਡੀ ਹੈ ਨਾ। ਸਾਲ ਹੋ ਗਿਆ ਵਾ, ਆਫਟਰ ਆਲ ਜੇਲ੍ਹ ਅਧਿਕਾਰੀ, ਜੇਲ੍ਹ ਪ੍ਰਸ਼ਾਸਨ, ਪੁਲਿਸ ਸਾਰੇ ਤੁਹਾਡੇ ਹੱਥ 'ਚ ਆ। ਜੇ ਨਹੀਂ ਤੁਹਾਡੇ ਕੋਲ ਤਜਰਬਾ ਤੇ ਫਿਰ ਤਜਰਬੇ ਵੇਲੇ ਲੈ ਆਓ ਨਾ ਬੰਦੇ। ਫਿਰ ਭਾਜੀ ਪੁਲਿਸ ਵਾਲੇ ਜਿਹੜੇ ਪਹਿਲੇ ਅਫਸਰ ਹੈ, ਜਿਹੜੇ ਉਹਨਾਂ ਦੀ ਰੱਖੇ ਆ ਭਾਜੀ, ਇਹਨਾਂ ਨੇ ਤਾਂ ਅਜੇ ਤੱਕ ਰੱਖੇ ਨਹੀਂ ਹੈਗੇ। ਤੁਸੀਂ ਰੱਖ ਲਓ ਨਾ, ਬਦਲ। ਦੇਖੋ ਭਾਈ ਸਾਹਿਬ, ਇਸ ਤਰ੍ਹਾਂ ਵਾ, ਇਹ ਆਪਾਂ ਹਮੇਸ਼ਾ ਨਹੀਂ ਕਹਿ ਸਕਦੇ। ਵੇਖੋ ਜਿਨ੍ਹਾਂ ਨੇ ਜੋ ਕੀਤਾ ਉਹ ਤੇ ਗਏ, ਉਹਨਾਂ ਨੂੰ ਤੇ ਲੋਕਾਂ ਨੇ ਕੱਢਤਾ। ਹੁਣ ਤੁਹਾਨੂੰ ਲਿਆਂਦਾ ਵਾ, ਤੁਸੀਂ ਇਹ ਕਹੀ ਜਾਓ ਜੀ ਪਹਿਲੋਂ ਹੋ ਗਿਆ ਸੀ, ਇਹ ਤੇ ਗੱਲ ਨਾ ਇਹ ਅੰਮ੍ਰਿਤ ਜੀ, ਇਹ ਨਹੀਂ ਗੱਲ। ਦੇਖੋ ਸਾਲ ਹੋ ਗਿਆ, ਇਨਸਾਫ। ਇਹ ਕਤਲ ਜਿਹੜਾ ਵਾ ਦੇਖੋ ਸਿਕਿਉਰਿਟੀ ਘਟਾਈ ਗਈ,
ਉਹਦੇ ਤੇ ਵੱਡਾ ਹਮਲਾ ਹੋਇਆ, ਜਿੰਨੀ ਸਿਕਿਉਰਿਟੀ ਸੀ ਉਹ ਹੈ ਵੀ ਨਹੀਂ ਸੀ ਨਾਲ। ਸੋ ਇਸ ਗੱਲ ਤੇ ਭਾਈ ਮੈਂ ਬਾਤ ਤੁਹਾਨੂੰ ਬਹੁਤ ਵੱਡੀ ਭਾਜੀ ਉਹ ਤੇ ਮਿਸਟੇਕ ਹੋ ਗਈ, ਬਹੁਤ ਵੱਡੀ ਗਲਤੀ ਹੋ ਗਈ ਤੇ ਵਿਚਾਰੇ ਦੇ ਮਾਪਿਆਂ ਕੋਲੋਂ, ਉਹਨਾਂ ਨੂੰ ਉਹਨੂੰ ਇਕੱਲੇ ਨੂੰ ਨਹੀਂ ਜਾਣਾ। ਨਹੀਂ ਸਰਕਾਰ ਕੋਲੋਂ ਜਿਹੜੀ ਗਲਤੀ ਹੋਈ, ਜਿਹੜੀ ਸਿਕਿਉਰਿਟੀ ਵਿਡਰਾ ਕਰਕੇ ਜਿਹੜੀ ਜਨਤਕ ਕੀਤੀ ਆ, ਕੁਛ ਨਹੀਂ ਹੋਇਆ ਸਰਕਾਰ ਕੋਲੋਂ ਭਾਜੀ, ਗਲਤੀ ਕੁਦਰਤੀ ਰੱਬ ਦਾ ਭਾਣਾ ਹੋ ਗਿਆ। ਨਹੀਂ ਜਿਹੜੀ ਸਿਕਿਉਰਿਟੀ ਵਿਡਰਾ ਕਰਕੇ ਜਨਤਕ ਕਰਨਾ, ਇਹ ਤਾਂ ਸਹੀ ਗੱਲ ਹੈ ਭਾਈ ਸਾਹਿਬ, ਮੇਰੀ ਗੱਲ ਸੁਣੋ, ਸਿਕਿਉਰਿਟੀ ਵਿਡਰਾ ਕਰਕੇ ਜਨਤਕ ਕਰਨਾ। ਨਹੀਂ ਭਾਜੀ, ਇਹ ਕੰਟਰੀਆਂ ਸਿਕਿਉਰਿਟੀ 'ਚ ਰਹਿ ਰਹੇ ਹੈ, ਦੁਨੀਆ ਦੇ ਸਾਰੀ ਦੁਨੀਆ ਸਿਕਿਉਰਿਟੀ ਬੈਠੀ ਹੈ, ਇਹੀ ਤਾਂ ਕੰਮ ਖਰਾਬ ਹੋ ਗਿਆ ਇੰਡੀਆ ਦੇ ਵਿੱਚ। ਜੋ ਭਾਜੀ ਉਹ ਕਹਿੰਦੇ ਅਸੀਂ ਇੰਨਾ ਟੈਕਸ ਭਰਦੇ ਆ ਤਾਂ 4 ਬਾਉਂਸਰ ਨਾ ਰੱਖਦੇ ਆਪਣੇ, ਉਹ ਜਿਹੜੀ ਸਟੇਟਾਂ 'ਚ ਰੱਖ ਦੇਣਗੇ। ਪਰ ਗਲਤੀ ਹੋ ਗਈ ਭਾਜੀ ਵਿਚਾਰਿਆਂ ਤੇ, ਪਤਾ ਕੀ ਹੈਗਾ, ਉਹਦਾ ਪੁੱਤ ਚਲਾ ਗਿਆ, ਹੁਣ ਉਹ ਤਾਂ ਵਾਪਸ ਵਿਚਾਰਾ ਆਉਣ ਤੋਂ ਰਿਹਾ। ਸੋ ਅੰਮ੍ਰਿਤ ਭਾਈ ਸਾਹਿਬ ਦਾ ਫਰਿਜ਼ਨੋ ਤੋਂ ਬੋਲ ਰਹੇ ਨੇ, ਉਹਨਾਂ ਦਾ ਵਿਚਾਰ ਆ ਕਿ ਗਲਤੀ ਉਹਦੇ ਮਾਪਿਆਂ ਤੋਂ ਹੋਈ, ਸਿੱਧੂ ਮੂਸੇਵਾਲਾ ਤੇ ਹੋਈ, ਜਿਹਨੇ ਨਾਲ ਸਿਕਿਉਰਿਟੀ ਨਹੀਂ ਲੈ ਕੇ ਗਏ, ਔਰ ਉਹਨਾਂ ਨੂੰ ਲੱਗਦਾ ਵਾ ਕਿ ਸਰਕਾਰ ਦੀ ਇਹਦੇ ਵਿੱਚ ਕੋਈ ਗਲਤੀ ਨਹੀਂ। ਖੈਰ, ਆਪਣੇ ਆਪਣੇ ਵਿਚਾਰ ਨੇ, ਔਰ ਇਹੋ ਹੀ ਇਸ ਖੂਬਸੂਰਤੀ ਹੈ ਇਸ ਪ੍ਰੋਗਰਾਮ ਦੀ ਵੀ, ਇਹਦੇ 'ਚ ਹਰ ਵਿਚਾਰ ਜਿਹੜਾ ਵਾ ਉਹ ਆਪਾਂ ਸਾਂਝਾ ਕਰ ਸਕਦੇ ਨੇ। ਜਮਹੂਰੀਅਤ ਆ, ਸਹੀ ਮਾਇਨੇ ਚਾਹੀ ਜਮਹੂਰੀਅਤ ਨੂੰ ਬੁਲੰਦ ਕਰਦੇ ਆ ਇੱਥੇ, ਹਰ ਵਿਊ ਜਿਹੜਾ ਵਾ ਉਹ ਜੀ ਸਦਕੇ। ਸਤਨਾਮ ਸਿੰਘ ਧਾਮੀ ਦਾ ਖਿਆਲ ਆ ਕਿ ਹਰ ਵੇਲੇ ਸਿਆਸੀ ਪਾਰਟੀਆਂ ਜਿਹੜੀਆਂ ਵਾ ਜੋ ਹੁੰਦਾ ਵਾ ਉਹ ਜ਼ਿੰਮੇਵਾਰ ਹੁੰਦੀਆਂ ਉਹਦੇ ਵਾਸਤੇ, ਲੇਕਿਨ ਜੋ ਸਿਸਟਮ ਆ ਸਾਡਾ ਬਣਿਆ ਹੋਇਆ, ਜੇ ਇਨਸਾਫ ਦੇ ਵਿੱਚ ਦੇਰੀ ਹੋ ਰਹੀ ਆ ਤੇ ਉਹ ਸਿਸਟਮ ਦੇ ਵਿੱਚ ਕਰਕੇ ਦੇਰੀ ਹੋ ਰਹੀ ਹੈ, ਔਰ ਸਿਸਟਮ ਦੀ ਪ੍ਰੋਬਲਮ ਆ। ਸਹੀ ਗੱਲ ਹੈ, ਇਹ ਓਵਰਆਲ ਸਿਰਫ ਇਸ ਕੇਸ ਦੇ ਵਿੱਚ ਨਹੀਂ, ਹਮੇਸ਼ਾ ਹੀ ਇਹੋ ਹੀ ਹੁੰਦਾ। ਇਨਸਾਫ ਜਿਹੜਾ ਵਾ ਕਈ ਸਾਲ ਮਿਲਦਾ ਨਹੀਂ, ਔਰ ਉਹਨੇ ਚਿਰ ਨੂੰ ਸਬੂਤ ਗਾਇਬ ਹੋ ਜਾਂਦੇ ਆ। ਸੋ ਇਸ ਕਰਕੇ ਸਾਨੂੰ ਸਿਸਟਮ ਦੇ ਵਿੱਚ ਇੰਪਰੂਵਮੈਂਟ ਲਿਆਉਣ ਦੀ ਲੋੜ ਆ। ਇਸ ਤਰ੍ਹਾਂ ਦੀ ਗੱਲ ਸਤਨਾਮ ਸਿੰਘ ਧਾਮੀ ਨੇ ਕੀਤੀ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਲਾਲ ਸਿੰਘ ਬੋਲਦਾ ਜੀ ਬਟਾਲੇ ਤੋਂ। ਹਾਂਜੀ ਲਾਲ ਸਿੰਘ ਜੀ, ਤੁਹਾਡੇ ਵੱਲ ਕੀ ਵਿਚਾਰ ਆ ਲੋਕਾਂ ਦਾ, ਕੀ ਲੱਗਦਾ ਵਾ, ਤੁਹਾਡਾ ਕੀ ਵਿਚਾਰ ਆ ਵੀ ਇਹ ਧਰਨਾ ਲਾਉਣਾ ਸਹੀ ਸੀਗਾ ਉਹਨਾਂ ਵੱਲੋਂ? ਦੇਖੋ ਜੀ, ਤੁਸੀਂ ਮੈਂ ਥੋੜਾ ਜਿਹਾ ਪਿੱਛੇ ਲੈ ਕੇ ਜਾਊਂਗਾ ਸੰਧੂ ਸਾਹਿਬ। ਇੱਕ ਸਮਾਣੇ ਦੀ ਲੜਕੀ ਨੂੰ ਜਿਹੜੇ ਵਿਰੋਧੀ ਧਿਰ ਦੇ ਨੇਤਾ ਦੀ ਸੁਨੀਲ ਜਾਖੜ ਇੱਕ ਵਾਰੀ ਵਿਧਾਨ ਸਭਾ 'ਚ ਲੈ ਗਏ ਸੀਗੇ, ਤੇ ਇਨਸਾਫ ਦਿਵਾਉਣ ਲਈ। ਅਸੀਂ ਸੰਧੂ ਸਾਹਿਬ ਜਿਹੜੇ ਧਰਨੇ ਲਾਉਣੇ ਆ, ਦੇਖੋ ਸਰਕਾਰ ਤੋਂ ਪੈਸੇ ਮੰਗਦੇ ਆ, ਮੂਸੇਵਾਲੇ ਦਾ ਪਰਿਵਾਰ ਤਾਂ ਪੈਸੇ ਦੇ ਰਿਹਾ ਸਰਕਾਰ ਨੂੰ। ਜਿਹੜੇ ਪੱਤਰਕਾਰ ਨੇ ਕੱਲ ਨਾਨਕ ਸਿੰਘ ਨੇ ਕਹਿੰਦਾ ਕੀ ਇਨਸਾਫ ਮੰਗਦੇ ਨੇ ਜੀ, ਮਾਨਸਾ ਸਵਾਲ ਕੁਐਸਚਨ ਕੀਤਾ ਉਹਨੂੰ, ਉਹ ਇਨਸਾਫ ਦਾ ਵਿਚਾਰੇ ਪਹਿਲਾਂ ਚਲਾਨ ਪੜੋ ਨਾ, ਚਲਾਨ ਦੀ ਕਿਵੇਂ ਵਿਗਾੜਿਆ ਮੂਸੇਵਾਲੇ ਦਾ, ਕਿਵੇਂ ਉਹ ਉਂਗਲਾਂ ਦੇ ਨਾਲ ਉਹਦਾ ਜਿਹੜੇ ਵੈਪਨ ਨੇ ਉਹ ਪਾਏ ਗਏ ਨੇ, ਉਂਗਲਾਂ ਦੀ ਮਿੰਟੀ ਹੁੰਦੀ ਹੈ ਕਦੇ ਚਲਾਨਾਂ 'ਚ। ਉਹ ਇਨਸਾਫ ਆ ਜਿਹੜਾ ਕਹਿੰਦੇ ਨੇ ਵੀ ਉੱਥੇ ਜਾਣਾ ਨਹੀਂ ਚਾਹੀਦਾ ਸੀ। ਦੇਖੋ ਜੀ, ਪ੍ਰਤਾਪ ਸਿੰਘ ਬਾਜਵਾ ਨੇ ਪਾਸ ਬਣਾਏ ਨੇ, ਉਹਨਾਂ ਦੇ ਪਾਸ ਬਣਾ ਕੇ ਅੰਦਰ ਲੈ ਕੇ ਗਏ ਨੇ। ਉਹ ਵਿਚਾਰੇ ਹੋਰ ਕਰਨ ਕੀ, ਜੇ ਕਿਸੇ ਬੇਬੇ ਕੋਲੇ 2 ਪੁੱਤ ਹੁੰਦੇ ਨੇ, ਇੱਕ ਬੱਚੇ ਦੀ ਮੌਤ ਹੋ ਜਾਂਦੀ, ਉਹ ਦੂਜੇ ਬੱਚੇ ਦੇ ਵਿੱਚੋਂ ਦੇਖਦੀ ਹੁੰਦੀ ਆ ਆਪਦੇ ਪੁੱਤ ਨੂੰ ਵੀ ਮੇਰਾ ਪੁੱਤ ਆ ਫਿਰਦਾ, ਉਹਨਾਂ ਕੋਲੇ ਰਹਿ ਕੀ ਗਿਆ ਜੀ। ਉਹ ਧਰਨਾ ਲਾਉਣਾ ਬਿਲਕੁਲ ਜਾਇਜ਼ ਆ ਜੀ ਉਹਨਾਂ ਦਾ। ਉਹ ਕਰਨ ਵਿਚਾਰੇ ਕੀ, ਗੋਲਡੀ ਬਰਾੜ ਨੂੰ ਜਿਹੜੇ GM ਨੇ ਬਿਆਨ ਦੇ ਦਿੱਤਾ ਸੀ, ਇੱਕ ਉਹ ਪੰਜਾਬ ਦਾ ਮੁੱਖ ਮੰਤਰੀ ਆ ਚੁਣਿਆ ਹੋਇਆ, ਜ਼ਿੰਮੇਵਾਰ, ਜਿਹੜਾ ਕਹਿੰਦਾ ਗੋਲਡੀ ਬਰਾੜ ਨੂੰ ਲਿਆ ਰਿਹਾ, ਨਿਕਲਿਆ ਕਿ ਉਹਦੇ ਵਿੱਚੋਂ ਕੱਖ ਵੀ ਨਹੀਂ ਨਿਕਲਿਆ। ਇਹ ਕਿੱਥੇ ਲਿਆਂਦਾ ਗੋਲਡੀ ਬਰਾੜ? ਉਹ ਵਿਚਾਰਿਆਂ ਨੂੰ ਧਮਕੀਆਂ ਆ ਰਹੀਆਂ ਨੇ, ਸਰੇਆਮ ਉਹਨਾਂ ਦੇ ਮੋਬਾਈਲ ਚੱਲੀ ਜਾ ਰਹੇ ਨੇ। ਇਕਬਾਲ ਬਰਾੜ ਜਿਹੜਾ ਤੇ ਸੁਪਰਟੈਂਟ ਪਹਿਲਾਂ ਸੰਗਰੂਰ 'ਚ ਰਿਹਾ, ਦੇਖੋ ਤਾਂ 2018 'ਚ ਐਲੀਗੇਸ਼ਨ ਲੱਗੇ ਤੇ ਉਹ ਬੰਦੇ ਤੇ, ਉਹਨਾਂ ਤੇ ਕੀ ਕਾਰਵਾਈ ਹੋਈ? ਅਦਾਲਤ ਨੇ ਬੇਲ ਦੇ ਦਿੱਤੀ। ਉਹ ਵਿਚਾਰੇ ਕਰਨ ਕੀ? ਉਹ ਧਰਨਾ ਲਾਉਣਾ ਬਿਲਕੁਲ ਜਾਇਜ਼ ਆ ਜੀ ਉਹਨਾਂ ਦਾ। ਮਿਹਰਬਾਨੀ। ਲਾਲ ਸਿੰਘ ਦਾ ਵਿਚਾਰ ਹੈ ਕਿ ਧਰਨਾ ਲਾਉਣਾ ਬਿਲਕੁਲ ਜਾਇਜ਼ ਆ। ਮੀਨਵਾਈਲ ਦਵਿੰਦਰ ਲੋਪੋਂ ਦਾ ਕਮੈਂਟ ਆਇਆ ਵਾ ਕਿ ਪੰਜਾਬ ਦਾ ਚਮਕਦਾ ਸਿਤਾਰਾ, ਪੰਜਾਬ ਦਾ ਨਹੀਂ ਜੀ, ਦੁਨੀਆ ਦਾ ਚਮਕਦਾ ਸਿਤਾਰਾ, ਜਿਨ੍ਹਾਂ ਦੀ ਜਿਹੜੀ ਪੋਪੂਲੈਰਿਟੀ ਸੀ, ਬੜੇ ਦੁਨੀਆ ਦੇ ਘੱਟ ਰੈਪਰ ਹੋਣਗੇ ਜਿੰਨੀ ਇਸ 28 ਸਾਲ ਦੀ ਉਮਰ ਦੇ ਵਿੱਚ ਜਾਂ 29 ਸਾਲ ਦੀ ਉਮਰ ਦੇ ਜਿੰਨੀ ਪੋਪੂਲੈਰਿਟੀ ਇਸ ਨੌਜਵਾਨ ਦੀ ਸੀ। ਉਹ ਕਹਿ ਰਹੇ ਨੇ ਦਵਿੰਦਰ ਲੋਪੋਂ, ਪੰਜਾਬ ਦਾ ਚਮਕਦਾ ਸਿਤਾਰਾ ਚਲਾ ਗਿਆ, ਸਭ ਨੂੰ ਬਹੁਤ ਦੁੱਖ ਹੈ, ਮਾਪਿਆਂ ਨੂੰ ਤਾਂ ਹੋਣਾ ਹੀ ਹੈ ਜਿਨ੍ਹਾਂ ਦਾ ਹੀਰਾ ਪੁੱਤ ਚਲਾ ਗਿਆ। ਲੋੜ ਹੈ ਜਲਦੀ ਇਨਸਾਫ ਦਿੱਤਾ ਜਾਵੇ, ਔਰ ਇਹਦੇ 'ਚ ਪਾਰਦਰਸ਼ਤਾ ਦੀ ਲੋੜ ਆ। ਜੋ ਕਾਰਵਾਈ ਹੋ ਰਹੀ ਹੈ ਲਗਾਤਾਰ, ਜਿਵੇਂ IG ਹਰ ਹਫ਼ਤੇ ਡਰੱਗਸ ਦੇ ਉੱਪਰ ਇੱਕ ਪ੍ਰੈਸ ਕਾਨਫਰੰਸ ਕਰਦੇ ਆ, ਇਸੇ ਤਰ੍ਹਾਂ ਇਸ ਮਸਲੇ ਦੇ ਉੱਪਰ, ਕਿਉਂਕਿ ਮਸਲਾ ਬਹੁਤ ਵੱਡਾ ਵਾ, ਵਾਕਈ ਬਹੁਤ ਵੱਡਾ ਮਸਲਾ ਵਾ, ਬਹੁਤ ਵੱਡਾ ਸਿਤਾਰਾ ਸੀ ਜਿਹੜਾ ਚਲਾ ਗਿਆ ਵਾ, ਔਰ ਉਹਦੇ 'ਚ ਕਈ ਪ੍ਰੋਬਲਮਸ ਆਈਆਂ, ਸਿਕਿਉਰਿਟੀ ਸਕੇਲ ਡਾਊਨ ਹੋਈ, ਕਿੰਨੇ ਕੀਤੀ ਉਹਦੇ ਬਾਰੇ ਹਾਲੇ ਤੱਕ ਕਾਰਵਾਈ ਕੋਈ ਨਹੀਂ ਹੋਈ। ਸੋ ਇਹ ਸਾਰੀਆਂ ਗੱਲਾਂ ਦੇ ਉੱਪਰ ਮੇਰੇ ਖਿਆਲ ਆ ਮੁੱਖ ਮੰਤਰੀ ਜਿਹੜੇ ਗ੍ਰਹਿ ਮੰਤਰੀ ਵੀ ਨੇ, ਉਹਨਾਂ ਨੂੰ ਦੋਸਤੀ ਤੋਂ ਉੱਤੇ ਉੱਠ ਕੇ ਜਿਹੜੇ ਲੋਕ ਵੀ ਇਹਦੇ ਵਿੱਚ ਸ਼ਾਮਲ ਨੇ, ਸਾਰਿਆਂ ਨੂੰ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਆ। ਨਹੀਂ ਤੇ ਕੋਈ ਹਰਜ਼ ਨਹੀਂ, ਹਾਲੇ ਵੀ ਇਹ ਮਸਲਾ ਜਿਹੜਾ ਵਾ ਇਹ CBI ਨੂੰ ਜੇ ਸੌਂਪ ਦਿੱਤਾ ਜਾਵੇ ਤੇ ਮੇਰਾ ਖਿਆਲ ਆ ਇਹਦੇ 'ਚ ਬਿਲਕੁਲ ਨਿਰਪੱਖ ਜਾਂਚ ਜਿਹੜੀ ਆ ਉਹ
ਐਟਲੀਸਟ ਇਸ ਕੇਸ ਦੇ ਵਿੱਚ। ਅਦਰਵਾਈਜ਼ CBI ਆਪਾਂ ਨੂੰ ਪਤਾ ਹੀ ED ਕਿਹਦੇ ਇਸ਼ਾਰੇ ਤੇ ਚੱਲਦੀ, ਪਰ ਇਸ ਕੇਸ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਇੱਕ ਨਿਰਪੱਖ ਜਾਂਚ ਜਿਹੜੀ ਆ ਉਹ ਹੋਵੇਗੀ। ਅਵਤਾਰ ਸਿੰਘ ਢਿੱਲੋਂ ਦਾ ਕਮੈਂਟ ਆਇਆ ਵਾ ਕਿ ਧਾਰੀਵਾਲ ਜਿਸ ਬੰਦੇ ਨੂੰ ਬਾਹਰ ਤੋਂ ਲਿਆਉਣ ਦੀ ਗੱਲ ਕਰਦਾ ਹੈ ਉਹ ਤਾਂ 10 ਸਾਲ ਇੰਡੀਆ ਨਹੀਂ ਜਾ ਸਕਦਾ, ਕਿ ਫਿਰ ਸਿੱਧੂ ਮੂਸੇਵਾਲਾ ਦੇ ਮਾਪੇ ਇੱਜ਼ਤ ਚਿਰ ਉਡੀਕਣ ਕਰਨਗੇ, ਧਰਨਾ ਸੈਸ਼ਨ ਚੱਲਦੇ ਤੱਕ ਨਹੀਂ ਸੀ ਚੁੱਕਣਾ ਚਾਹੀਦਾ। ਅਵਤਾਰ ਸਿੰਘ ਢਿੱਲੋਂ ਦਾ ਹੋਰ ਵਿਚਾਰ ਆ ਕਿ ਧਾਲੀਵਾਲ ਦੇ ਕਹਿਣ ਤੇ ਧਰਨਾ ਉਹਨਾਂ ਨੂੰ ਨਹੀਂ ਸੀ ਚੁੱਕਣਾ ਚਾਹੀਦਾ। ਚਲੋ ਆਪਣਾ ਉਹਨਾਂ ਨੇ ਜੀ ਧਰਨਾ ਲਾ ਕੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਤੀ ਆ। ਮੇਰਾ ਖਿਆਲ ਧਰਨਾ ਉੱਥੇ ਲਾਉਣ ਦਾ ਵੀ ਕੋਈ ਬਹੁਤਾ ਫਾਇਦਾ ਨਹੀਂ, ਫਿਰ ਕਾਰਵਾਈ ਬਜਟ ਵਗੈਰਾ ਜਿਹੜੀ ਆ ਉਹਦੇ ਤੇ ਫੋਕਸ ਨਹੀਂ ਸੀ ਹੋਣਾ। ਬਜਟ ਵੀ ਬਹੁਤ ਇੰਪੋਰਟੈਂਟ ਡਾਕੂਮੈਂਟ ਹੁੰਦਾ ਵਾ, ਲੇਕਿਨ ਉਹਨਾਂ ਨੇ ਧਰਨਾ ਲਾ ਕੇ ਐਟਲੀਸਟ ਲੋਕਾਂ ਦਾ ਧਿਆਨ ਇਸ ਪਾਸੇ ਦੁਬਾਰਾ ਲਿਆਉਣ ਦਾ ਕਿ ਦੇਖੋ ਹਾਲੀ ਤੱਕ ਅਸੀਂ ਇਹਦੇ 'ਚ ਜਸਟਿਸ ਦੀ ਹਾਲੀ ਵੀ ਭਾਲ ਅਸੀਂ ਕਰ ਰਹੇ ਹਾਂ। ਮਨਰਾਜ ਗਿੱਲ ਦਾ ਵਿਚਾਰ ਫੇਸਬੁੱਕ ਦੇ ਉੱਪਰ ਆਇਆ ਵਾ ਕਿ ਜਿਹੜੇ ਅਸਲੀ ਕਲਪ੍ਰਿਟ ਨੇ ਉਹਨਾਂ ਨੂੰ ਸਜ਼ਾ ਦੇਣ ਦੀ ਲੋੜ ਆ। ਐਂ ਲੱਗ ਰਿਹਾ ਵਾ ਕੋਈ ਵੱਡਾ ਬੰਦਾ ਇਹਦੇ ਵਿੱਚ ਇਨਵੋਲਵਡ ਆ। ਦੇਖੋ ਇਹ ਕਿਵੇਂ ਜੇਲ੍ਹਾਂ ਦੇ ਵਿੱਚ ਇਹ ਜਿਹੜੇ ਲੋਕੀ ਫੜੇ ਗਏ ਨੇ, ਗੈਂਗਸਟਰ ਫੜੇ ਗਏ ਨੇ, ਉਹਨਾਂ ਨੇ ਇਸ ਵਰਡ ਸਕਮ ਬੈਗਸ ਵਰਤਿਆ ਵਾ। ਗੋਇੰਦਵਾਲ ਜੇਲ੍ਹ ਦੇ ਵਿੱਚ ਇਹ ਕੀ ਕੁਛ ਕਰ ਰਹੇ ਨੇ। ਇਹ ਮਨਰਾਜ ਗਿੱਲ ਦਾ ਵਿਚਾਰ ਹੈ। HS ਗਾਰਾ ਵੀ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ ਸਰ, ਇੰਦਰਜੀਤ ਸਿੰਘ ਬੋਲਦਾ ਭਾਜੀ। ਹਾਂਜੀ ਇੰਦਰਜੀਤ ਜੀ। ਭਾਜੀ ਮੇਰੇ ਹਿਸਾਬ ਨਾਲ ਤਾਂ ਜਿੱਦਾਂ ਨਾ ਉਹ ਐਕਸ ਸਰਵਿਸਮੈਨ ਆ, ਰਿਟਾਇਰ ਹੋਏ ਸਿੱਧੂ ਸਾਹਿਬ ਦੇ ਫਾਦਰ ਸਾਹਿਬ ਜਿੱਦਾਂ ਜੀ, ਫਿਰ ਉਹਨੂੰ ਯਾਨੀ ਕਿ ਕਾਫੀ ਚੀਜ਼ਾਂ ਦਾ ਮਤਲਬ ਕਹਿ ਲਓ ਵੀ ਇੱਕ ਆਮ ਬੰਦੇ ਤੋਂ ਉੱਪਰ ਉੱਠ ਕੇ ਉਹਨਾਂ ਦਾ ਇੰਟੈਲੀਜੈਂਸੀ ਵਰਕ ਕਰਦੀ ਹੋਊਗੀ ਜਿੱਦਾਂ ਜੀ, ਤੇ ਇਸ ਕਰਕੇ ਮੇਰੇ ਹਿਸਾਬ ਨਾਲ ਜ਼ਿਆਦਾ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਵੀ ਗਵਰਨਮੈਂਟ ਨੇ ਕੁਝ ਕੰਮ ਕੀਤਾ ਕਿ ਨਹੀਂ। ਜਿੱਦਾਂ ਭਗਵੰਤ ਮਾਨ ਆ ਜਾਂ ਸੈਂਟਰ ਦੇ ਜਾਂ ਮੇਨ ਅਦਾਰਿਆਂ ਨਾਲ ਬਹਿ ਕੇ ਇਹਨਾਂ ਨੂੰ ਮੀਟਿੰਗ ਕਰ ਲੈਣੀ ਚਾਹੀਦੀ, ਕਿਉਂਕਿ ਇਹਨਾਂ ਨੂੰ ਕਿਸੇ ਨੇ ਮੈਨੂੰ ਲੱਗਦਾ ਨਹੀਂ ਨਾ ਕਰੂਗੇ। ਤੇ ਜੇ ਇਹਨਾਂ ਨੂੰ ਉਹ 'ਚ ਕੁਝ ਦੀਦਾ ਠੀਕ ਹੈ, ਨਹੀਂ ਤਾਂ ਲੋਕਾਂ ਨੂੰ ਕਲੀਅਰਟੀ ਦੱਸਣੀ ਚਾਹੀਦੀ ਹੈ। ਜਿੱਦਾਂ ਫਿਰ ਅਸੀਂ ਕਹਿ ਦਈਏ ਬੈਠੇ ਜਾਂ ਨਹੀਂ ਬੈਠੇ, ਇੱਦਾਂ ਗੱਲ ਨਹੀਂ ਬਣਦੀ। ਫਿਰ ਜਿੱਦਾਂ ਸਾਨੂੰ ਜਿੱਦਾਂ ਗਵਰਨਮੈਂਟ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ, ਮੈਂ ਸਹਿਮਤ ਹਾਂ ਵੀ ਸਰਕਾਰ ਨੂੰ ਕਲੈਰਿਟੀ ਦੇਣੀ ਚਾਹੀਦੀ। ਜਿਹੜੇ ਬਾਹਰ ਬੈਠੇ ਆਦੀ ਅਸੀਂ ਉਹਨਾਂ ਵਾਸਤੇ ਕੀ ਕਾਰਵਾਈ ਕਰ ਰਹੇ ਹਾਂ, ਕੀ ਦਿੱਕਤਾਂ ਆ ਰਹੀਆਂ ਵਾ, ਕਿਉਂ ਨਹੀਂ ਅਸੀਂ ਲਿਆਂਦੇ ਜਾ ਰਹੇ ਹੋ। ਜਿਹੜੇ ਬੰਦਿਆਂ ਤੁਸੀਂ 5 ਨਾਂ ਲਏ ਆ ਉਹਨਾਂ ਦੀ ਤਫਤੀਸ਼ ਦੇ ਵਿੱਚ ਹੁਣ ਤੱਕ ਕੀ ਨਿਕਲਿਆ ਵਾ, ਕਿਉਂ ਨਹੀਂ ਫੜੇ ਗਏ ਵਗੈਰਾ ਵਗੈਰਾ। ਬਿਲਕੁਲ ਸਹੀ ਗੱਲ ਹੈ। ਇਹਨਾਂ ਦੇ ਫਾਦਰ ਸਾਹਿਬ ਨਾਲ ਮੀਟਿੰਗ ਹੋਣੀ ਚਾਹੀਦੀ ਆ ਜੈਨੂਅਨ ਤੌਰ ਤੇ, ਜੇ ਇਹਨਾਂ ਨੂੰ ਲੱਗਦਾ ਠੀਕ ਹੈ। ਜੇ ਇਹਨਾਂ ਨੂੰ ਲੱਗਦਾ ਵੀ ਗਵਰਨਮੈਂਟ ਜੈਨੂਅਨ ਨਹੀਂ ਹੈਗੀ, ਫਿਰ ਆ ਕੇ ਸਾਨੂੰ ਲੋਕਾਂ ਨੂੰ ਵੀ ਦੱਸਣਾ ਚਾਹੀਦਾ। ਇਹਨਾਂ ਦਾ ਫਰਜ਼ ਬਣਦਾ ਜਿੱਦਾਂ ਕਿ ਅਸੀਂ ਥੋੜਾ ਜੈਨੂਅਨ ਹੋ ਕੇ ਕਲੀਅਰ ਹੋ ਕੇ ਇੱਕ ਪਾਸੇ ਭਾਰੂ ਨਾ ਹੋ ਕੇ ਫਿਰ ਅਸੀਂ ਦੱਸ ਸਕਦੇ। ਜਿੱਦਾਂ ਇਹ ਨਾ ਹੋਵੇ ਜਿੱਦਾਂ ਗਵਰਨਮੈਂਟ ਆਪਾਂ ਕਈ ਵਾਰੀ ਗਵਰਨਮੈਂਟ ਕਹਿੰਦੇ ਉਹਦੇ ਤੇ ਬਲੇਮ ਲਾਦਾ ਵੀ ਉਹ ਲਿਚ ਘੜੀਚੀਆਂ ਕਰ ਜਾਂਦੀ ਆ, ਕਿਉਂਕਿ ਲਿਚ ਘੜੀਚੀਆਂ ਕੋਈ ਵੀ ਕਰ ਸਕਦਾ ਹੁੰਦਾ ਨਾ। ਇੱਦਾਂ ਆਪਾਂ ਸਿੱਧਾ ਨਹੀਂ, ਯਾਨੀ ਕਿ ਮੇਰੇ ਹਿਸਾਬ ਨਾਲ ਇਹ ਤੇ ਥੋੜੀ ਮਤਲਬ ਆਪਾਂ ਤਾਂ ਫੇਰ ਕਹਿੰਦੇ ਆ ਵੀ ਥੋੜੀ ਜਿਹਾ ਇਹਨਾਂ ਨੂੰ ਫਿਗਰ ਆਊਟ ਸਹੀ ਚੀਜ਼ ਫਾਦਰ ਸਾਹਿਬ ਨੂੰ ਇਹਨਾਂ ਦੇ ਥੋੜਾ ਕਰਕੇ ਨਾ ਉਸ ਹਿਸਾਬ ਨਾਲ ਦੇਖਣਾ ਚਾਹੀਦਾ। ਜਿੱਦਾਂ ਮੇਰੇ ਹਿਸਾਬ ਨਾਲ ਬੈਠਣਾ ਧਰਨਾ ਵੈਸੇ ਇੰਨਾ ਮੇਰੇ ਹਿਸਾਬ ਨਾਲ ਠੀਕ ਨਹੀਂ ਹੈਗਾ। ਜਿੱਦਾਂ ਇੰਨਾ ਜ਼ਿਆਦਾ ਜਿੱਦਾਂ ਇਹਨਾਂ ਨੂੰ ਗੱਲਬਾਤ ਕਰਕੇ ਉਹ ਤੇ ਫੋਕਸ ਕਰਕੇ ਉਹ ਗੱਲਬਾਤ ਕੋਈ ਕਰੇ ਤਾਂ ਦੀ ਹੈ ਨਾ। ਹੁਣ CM ਜਿਹੜੇ ਨੇ ਉਹ ਕਹਿੰਦੇ ਨੇ 20 ਤੋਂ ਬਾਅਦ ਮਿਲਣਗੇ ਉਹਨਾਂ ਨੂੰ। ਗ੍ਰਹਿ ਮੰਤਰੀ ਤੇ CM ਹੀ ਨੇ। ਹੁਣ ਅੱਜ ਤਰੀਕ 8 ਹੋ ਗਈ ਆ, 12 ਦਿਨਾਂ ਬਾਅਦ ਉਹ ਕਹਿੰਦੇ ਮਿਲਣਗੇ, ਔਰ ਉਹ ਵੀ ਤਦ ਵਿਸ਼ਵਾਸਨ ਦਿੱਤਾ ਜਦੋਂ ਉਹਨਾਂ ਨੇ ਧਰਨਾ ਲਾਇਆ। ਅਦਰਵਾਈਜ਼ ਤੁਹਾਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਇੰਪੋਰਟੈਂਟ ਬੰਦੇ ਦੇ ਚਲੇ ਜਾਣ ਤੋਂ ਬਾਅਦ ਗ੍ਰਹਿ ਮੰਤਰੀ ਨੂੰ ਹਰ 10 ਦਿਨ 15 ਦਿਨ ਬਾਅਦ ਅਪਡੇਟ ਲੈਣੀ ਚਾਹੀਦੀ ਹੈ, ਅਪਡੇਟ ਪਹੁੰਚਾਉਣੀ ਚਾਹੀਦੀ ਪਰਿਵਾਰ ਤੱਕ? ਦੇਖੋ ਉਹਨਾਂ ਨੇ ਹੁਣ ਇੱਕ ਵਾਰੀ ਟਾਈਮ ਦੇ ਦਿੱਤਾ ਵੀ ਜਿੱਦਾਂ ਵੀ 20 ਤਰੀਕ ਨੂੰ ਮਿਲਣਾ, ਜਿੱਦਾਂ ਜਿਹੜੀ ਵੀ ਤਰੀਕ ਦਿੱਤੀ ਆ ਉਹਦੇ ਤੱਕ ਵੇਟ ਕਰ ਲਓ। ਉਸ ਤੋਂ ਬਾਅਦ ਫਿਰ ਉਹ ਤਦੇ ਉੱਠ ਗਏ ਜੀ, ਤਦੇ ਉੱਠ ਗਏ ਨਾ, ਉਹ ਉੱਠ ਗਏ ਫਿਰ ਉਸ ਤੋਂ ਬਾਅਦ ਉੱਠ ਗਏ, ਧਰਨਾ ਚੁੱਕ ਲਿਆ ਉਹਨਾਂ ਨੇ। ਮਿਹਰਬਾਨੀ। ਹਰਦੀਪ ਸਿੰਘ ਕਹਿ ਰਹੇ ਨੇ ਕਿ ਕਿਸੇ ਕਾਲਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਵਾਲਾ ਕਤਲ ਰੱਬੀ ਪਾਣਾ ਹੈ ਤਾਂ ਫਿਰ ਜੇਲ੍ਹ 'ਚ ਬੰਦੀ ਸਿੰਘਾਂ ਵਾਲਾ ਵੀ ਕਾਰਨਾਮਾ ਰੱਬੀ ਨਹੀਂ ਆ। ਚਲੋ ਆਪਾਂ ਦੋਵਾਂ ਨੂੰ ਮਿਕਸ ਨਾ ਕਰੀਏ, ਦੋਵੇਂ ਵੱਖਰੇ ਮਸਲੇ ਨੇ। ਸੋਢੀ ਸਾਹਿਬ ਆਪਣੇ ਆਪਣੇ ਵਿਚਾਰ ਲੋਕੀ ਦੇ ਦਿੰਦੇ ਆ, ਤੁਸੀਂ ਵਿਚਾਰਾਂ ਦੇ ਉੱਤੇ ਵਿਚਾਰ ਨਾ ਦਿਓ, ਆਪਾਂ ਆਪਣੀ ਗੱਲ ਕਹੀਏ। ਜਸਵਿੰਦਰ ਚਾਹਲ ਦਾ ਵਿਚਾਰ ਆਇਆ ਵਾ ਕਿ ਜਿੰਨਾ ਚਿਰ ਪੁਰਾਣੇ ਲੀਡਰਾਂ ਨੂੰ ਲੋਕ ਘਰਾਂ 'ਚ ਨਹੀਂ ਬਿਠਾ ਦਿੰਦੇ ਉਹਨਾਂ ਚਿਰ ਤੱਕ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਣਾ, ਕਿਉਂਕਿ ਅਫਸਰਸ਼ਾਹੀ ਅਜੇ ਵੀ ਉਹਨਾਂ ਦਾ ਅਸਰ ਕਬੂਲਦੀ ਹੈ। ਬਿਲਕੁਲ ਸਫਾਇਆ ਕਰਕੇ ਨਵੇਂ ਨਕੌਰ ਬੰਦੇ ਆਉਣ ਤਾਂ ਹੀ ਪੰਜਾਬ ਦਾ ਭਲਾ ਹੋ ਜਾਊਗਾ। ਜਸਵਿੰਦਰ ਚਾਹਲ ਜੀ, ਨਵੇਂ ਨਕੌਰ ਤੇ ਆਲਮੋਸਟ ਆ ਹੀ ਗਏ, ਹੁਣ ਕਿੰਨੇ ਕੁ ਰਹਿ ਗਏ ਪੁਰਾਣੇ? ਪਰ ਇਹ ਨਵੇਂ ਨਕੌਰਾਂ ਦੇ ਟਾਈਮ ਦੇ ਵਿੱਚ ਹੀ ਆ ਹੋਇਆ ਜੋ ਹੋਇਆ ਵਾ। ਪਹਿਲੋਂ ਤੇ ਜੋ ਹੁੰਦਾ ਸੀ ਉਹਨਾਂ ਨੂੰ ਲੋਕਾਂ ਨੇ ਘਰ ਬਿਠਾਤਾ, ਪਰ ਹੁਣ ਕੀ ਕੀਤਾ ਜਾਵੇ? ਜਿਹੜਾ ਇਹ ਨਵੇਂ ਨਕੌਰ ਜਿਹੜੇ ਨੇ ਉਹਨਾਂ ਦੇ ਵੇਲੇ ਹੀ ਆ ਕਤਲ ਹੋਇਆ ਵਾ, ਔਰ ਕਤਲ ਤੋਂ ਬਾਅਦ ਜੋ ਕਾਰਵਾਈ ਹੋ ਰਹੀ ਆ ਉਹਨਾਂ ਵੇਲੇ ਹੀ ਹੋ ਰਹੀ ਆ। ਅਵਤਾਰ ਸਿੰਘ ਢਿੱਲੋਂ ਕਹਿ ਰਹੇ ਨੇ ਧਰਨੇ ਨਾਲ ਉਹਨਾਂ ਦੀ ਆਵਾਜ਼ ਦਾ ਦੇਸ਼ ਵਿਦੇਸ਼ ਤੱਕ ਜਾ ਸਕਦੀ, ਧਰਨੇ ਨਾਲ ਗੱਲ ਬਾਹਰ ਤੱਕ ਪਹੁੰਚਦੀ ਹੈ, ਇਹ ਉਹਨਾਂ ਦਾ ਵਿਚਾਰ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ ਮੁਲਤਾਨੀ ਬੋਲ ਰਿਹਾ ਜੀ, ਮੌਂਟਰੀਅਲ ਤੋਂ। ਹਾਂਜੀ ਮੁਲਤਾਨੀ ਜੀ। ਹਾਂਜੀ ਬਹੁਤ ਹੀ ਮਾੜਾ ਹੈ ਜੀ ਸਿੱਧੂ ਦਾ ਕਤਲ।
ਸੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੀ, ਤੇ ਇਸ ਵਾਰ ਗੱਲ ਸੁਣਿਆ ਤੁਸੀਂ ਗਾਣਾ ਸੁਣਿਆ ਜੀ? ਹਾਂਜੀ ਸੁਣਿਆ ਜੀ, ਬਿਲਕੁਲ ਸੁਣਿਆ। ਹਾਂਜੀ ਹਾਂਜੀ। ਸੋ ਗਾਣਾ ਤਾਂ ਬਹੁਤ ਵਧੀਆ ਸੀ, ਪਰ ਉਹਨਾਂ ਨੇ ਇੱਕ ਲਾਈਨ ਵਿੱਚ ਗਲਤ ਕਹੀ ਸੀਗੀ ਕਿ ਜਿਹੜਾ ਬੰਦਾ ਦੋਗਲਾ ਬੰਦਾ ਉਹਦੇ ਐਂ ਕਰ ਦੋ। ਸੋ ਥੋੜਾ ਜਿਹਾ ਕਸੂਰ ਹੈਗਾ ਜੀ, ਪਰ ਅਸੀਂ ਕਹਿੰਦੇ ਮਾੜਾ, ਬਹੁਤ ਮਾੜਾ ਹੋਇਆ ਜੀ। ਚਲੋ ਦੇਖੋ, ਇਸ ਤਰ੍ਹਾਂ ਹੁੰਦਾ ਵਾ, ਹਰ ਗੱਲ ਲੋਕਤੰਤਰ ਦੇ ਵਿੱਚ ਬੰਦਾ ਕਈ ਗੱਲਾਂ ਕਹਿ ਜਾਂਦਾ ਵਾ, ਕਿਸੇ ਨੂੰ ਕੋਈ ਗੱਲ ਚੰਗੀ ਲੱਗਦੀ, ਕਿਸੇ ਨੂੰ ਨਹੀਂ ਚੰਗੀ ਲੱਗਦੀ, ਪਰ ਇਹਦੇ ਨਾਲ ਇਹ ਥੋੜਾ ਵੀ ਤੁਸੀਂ ਬੰਦੇ ਦਾ ਕਤਲ ਕਰ ਦਿਓ ਭਾਈ ਸਾਹਿਬ। ਨਹੀਂ ਸਰ ਜੀ, ਮੈਂ ਉਹੀ ਕਹਿੰਦਾ ਬਹੁਤ ਮਾੜਾ ਹੋਇਆ, ਪਰ ਜਿਹੜਾ ਹੁਣ ਨਾਂ ਲੈਣ ਡੇ ਕਿ ਕਹਿੰਦੇ ਉਹਨੂੰ ਬੱਬੂ ਮਾਨ ਨੂੰ ਅੰਦਰ ਕਰ ਦੋ। ਬੱਬੂ ਨਹੀਂ, ਬੱਬੂ ਮਾਨ ਦਾ ਨਾਂ ਤਾਂ ਨਹੀਂ ਮੇਰੇ ਖਿਆਲ ਕਿਸੇ ਨੇ ਲਿਆ, ਕੱਲ ਤਾਂ ਨਹੀਂ ਲਿਆ। ਉਹਨੇ ਕਹਿਣ ਡੇ ਜੀ ਬੱਬੂ ਮਾਨ ਨੂੰ ਕਰ ਦੋ ਏਦਾਂ, ਉਹ ਪਰ ਸਬੂਤ ਮਿਲਣਗੇ ਤੇ ਹੁਣ ਕਰਨਗੇ ਕੋਈ। 5 ਬੰਦਿਆਂ ਦੇ ਨਾਂ ਲਏ, ਹੁਣ ਪਤਾ ਨਹੀਂ ਕਿਹੜੇ 5 ਬੰਦੇ ਆ। ਹਾਂਜੀ, ਤਾਂ ਹੀ ਤਾਂ ਉਹਨਾਂ ਸੱਦੇ ਬੱਬੂ ਮਾਨ, ਤਾਂ ਹੀ ਸੱਦਿਆ ਸੀਗਾ ਨੇ। ਓਕੇ ਓਕੇ ਓਕੇ, ਹਾਂਜੀ ਹਾਂਜੀ, ਥੈਂਕ ਯੂ ਜੀ। ਮਿਹਰਬਾਨੀ, ਥੈਂਕ ਯੂ ਭਾਈ ਸਾਹਿਬ, ਥੈਂਕ ਯੂ। ਮੈਂ ਫਿਰ ਗੱਲ ਦੱਸ ਦੇਵਾਂ ਕਿ ਅੱਜ ਅਸੀਂ ਗੱਲ ਕਰ ਦੇਵਾਂ ਵੀ ਅੱਜ ਅਸੀਂ ਗੱਲ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਦੇ ਕਤਲ ਦੀ। ਇਹ ਕਤਲ ਜਿਹੜਾ ਵਾ 29 ਮਈ ਨੂੰ ਹੋਇਆ ਸੀ। ਉਦੋਂ ਹਾਲੀ ਸਰਕਾਰ ਨੂੰ ਬਣਿਆ ਸਿਰਫ 2-2.5 ਮਹੀਨੇ ਹੋਏ ਸਨ। ਉਸ ਵੇਲੇ 2-3 ਕਤਲ ਇਹੋ ਜਿਹੇ ਹੋਏ ਜਿਹੜੇ ਅੱਜ ਵੀ ਰਿੜਕਦੇ ਨੇ। ਪਹਿਲੋਂ ਸੰਦੀਪ ਅੰਬੀਆਂ ਜਿਹੜੇ ਕਬੱਡੀ ਦੇ ਪਲੇਅਰ ਸੀ, ਉਹਨਾਂ ਦਾ ਕਤਲ ਹੋਇਆ, ਫਿਰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਔਰ ਸਿੱਧੂ ਮੂਸੇਵਾਲਾ ਕੋਈ ਆਮ ਗਾਇਕ ਨਹੀਂ ਸੀ, ਬਹੁਤ ਮਸ਼ਹੂਰ ਦੁਨੀਆ ਲੈਵਲ ਦਾ ਇੱਕ ਰੈਪਰ ਸੀ। ਔਰ ਬੜੀ ਬੇਰਹਿਮੀ ਦੇ ਨਾਲ, ਪਲਾਨ ਦੇ ਨਾਲ ਕਤਲ ਕੀਤਾ ਗਿਆ। ਇਹ ਕਤਲ ਦੇ ਮੇਰੇ ਖਿਆਲ ਕਈ ਮਹੀਨੇ ਇਹ ਸਾਜ਼ਿਸ਼ ਹੁੰਦੀ ਰਹੀ। ਔਰ ਇੰਜ ਲੱਗਦਾ ਵਾ, ਬੜੀ ਕਲੀਅਰ ਹੈ ਹੁਣ ਤੇ ਗੱਲ, ਕਿ ਪੁਲਿਸ, ਇੰਟੈਲੀਜੈਂਸ ਏਜੰਸੀਆਂ ਬਿਲਕੁਲ ਉਹਨੂੰ ਪਤਾ ਹੀ ਨਹੀਂ ਸੀ, ਬੇਖਬਰ ਸਨ ਕਿ ਇਹ ਵਾਕਈ ਕੋਈ ਸਾਜ਼ਿਸ਼ ਰਚੀ ਜਾ ਰਹੀ ਆ। ਔਰ ਉਹ ਜੋ ਸਾਜ਼ਿਸ਼ ਰਚੀ ਜਾ ਰਹੀ ਸੀ, ਉਹਦੀ ਸਿਕਿਉਰਿਟੀ ਨੂੰ ਘਟਾਇਆ। ਉਹ ਸਿਕਿਉਰਿਟੀ ਬਾਰੇ ਗੱਲ ਜਨਤਕ ਕੀਤੀ ਗਈ ਕਿ ਉਹਦੀ ਸਿਕਿਉਰਿਟੀ ਘੱਟ ਆ। ਔਰ ਅਨਫੋਰਚੂਨੇਟ ਚੀਜ਼ ਜਿੰਨੀ ਕਿ ਉਹਦੀ ਕੋਈ ਸਿਕਿਉਰਿਟੀ ਸੀ ਵੀ, ਉਹ ਵੀ ਉਸ ਵੇਲੇ ਨਾਲ ਲੈ ਕੇ ਨਹੀਂ ਗਿਆ। ਔਰ ਉਹਦੇ ਤੇ 6 ਕਿ 8 ਬੰਦਿਆਂ ਨੇ ਹਮਲਾ ਕੀਤਾ ਔਰ ਸਾਰੇ ਪਾਸੇ ਉਹਨੂੰ ਘੇਰ ਲਿਆ। ਉਹਦੇ ਕੋਲ ਹਥਿਆਰ ਸੀਗਾ, ਉਹਨੇ ਵਾਪਸ ਵੀ ਫਾਇਰ ਕਰਨ ਦੀ ਸ਼ਾਇਦ ਕੋਸ਼ਿਸ਼ ਕੀਤੀ, ਪਰ ਹਮਲਾ ਹੀ ਇਹੋ ਜਿਹਾ ਸੀ ਵੀ ਉਹਦੀ ਵੱਸ ਨਹੀਂ ਚੱਲ ਸਕੀ। ਔਰ ਉਹ ਉੱਥੇ ਬੜੀ ਬੇਰਹਿਮੀ ਦੇ ਨਾਲ ਉਹਦਾ ਕਤਲ ਹੋ ਗਿਆ। ਉਸ ਤੋਂ ਬਾਅਦ ਕੁਝ ਲੋਕਾਂ ਨੇ ਉਹਦਾ ਕ੍ਰੈਡਿਟ ਲਿਆ, ਕੁਝ ਲੋਕਾਂ ਨੇ ਉਹਦੀ ਜ਼ਿੰਮੇਵਾਰੀ ਲਈ। ਲਾਰੈਂਸ ਬਿਸ਼ਨੋਈ ਗਰੁੱਪ ਨੇ ਉਹਦੀ ਜ਼ਿੰਮੇਵਾਰੀ ਲਈ। ਉਹਨਾਂ ਨੂੰ ਲੱਗਦਾ ਸੀ ਕਿ ਇੱਕ ਉਹਨਾਂ ਦਾ ਰਾਈਵਲ ਗਰੁੱਪ ਹੈ ਬੰਬੀਹਾ ਗਰੁੱਪ, ਉਹਦੀ ਮਦਦ ਕਰ ਰਿਹਾ ਸੀ ਸਿੱਧੂ ਮੂਸੇਵਾਲਾ, ਇਹਦੇ ਕਰਕੇ ਉਹਨਾਂ ਨੇ ਕਤਲ ਕੀਤਾ। ਔਰ ਬਹੁਤ ਲੋਕ ਇਹਦੇ 'ਚ ਫੜੇ ਗਏ ਨੇ, 20-25 ਲੋਕ ਇਹਦੇ 'ਚ ਫੜੇ ਗਏ ਆ। 2 ਦਾ ਐਨਕਾਊਂਟਰ ਵੀ ਹੋ ਗਿਆ। ਜਿਹੜੇ ਫੜੇ ਗਏ ਗੈਂਗਸਟਰਾਂ 'ਚੋਂ ਵੀ 2 ਜਿਹੜੇ ਨੇ ਉਹਨਾਂ ਦੇ ਜੇਲ੍ਹ ਦੇ ਵਿੱਚ ਇੰਟਰ ਗੈਂਗ ਰਾਈਵਲਰੀ ਦੇ ਵਿੱਚ ਉਹਨਾਂ ਦਾ ਕਤਲ ਹੋ ਗਿਆ। ਸੋ ਕੁਝ ਲੋਕ ਹਾਲੇ ਵੀ ਫਰਾਰ ਨੇ। ਜਿਹੜੇ ਲੋਕੀ ਫਰਾਰ ਨੇ, 4-5 ਲੋਕ ਉਹ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ। ਸਰਕਾਰ ਵੱਲੋਂ ਸ਼ਾਇਦ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨੂੰ ਲਿਆਉਣ ਦੀ, ਪਰ ਉਹਦੇ 'ਚ ਤੁਹਾਨੂੰ ਪਤਾ ਹੀ ਆ ਕਿ ਇਹ ਪ੍ਰੋਸੈਸ ਬੜਾ ਲੰਬਾ ਹੁੰਦਾ, ਉਹਦੇ 'ਚ ਦੇਰੀ ਹੋ ਰਹੀ ਆ। ਮੀਨਵਾਈਲ ਮਾਪਿਆਂ ਨੂੰ ਲੱਗਦਾ ਵਾ ਕਿ ਇਹ ਇੱਕ ਬੜੀ ਵੱਡੀ ਸਾਜ਼ਿਸ਼ ਸੀ। ਉਹਨਾਂ ਨੇ ਹੋਰ ਵੀ ਕੋਈ ਨਾਂ ਦਿੱਤੇ ਆ ਵੀ ਇਹਨਾਂ ਦੀ ਵੀ ਤਫਤੀਸ਼ ਕੀਤੀ ਜਾਵੇ। ਉਹਨਾਂ ਨਾਲ ਮਾੜੀ ਮੋਟੀ ਪੁੱਛਗਿੱਛ ਤੇ ਹੋਈ ਆ, ਪਰ ਪੁਖਤਾ ਕਾਰਵਾਈ ਉਸ ਤੋਂ ਬਾਅਦ ਨਹੀਂ ਹੋਈ, ਕਿਉਂਕਿ ਸਿੱਧੂ ਮੂਸੇਵਾਲੇ ਦੇ ਮਾਪੇ ਜਿਹੜੇ ਨੇ ਉਹ ਲਗਾਤਾਰ ਇਨਸਾਫ ਦੀ ਗੱਲ ਕਰ ਰਹੇ ਆ, ਜਨਤਕ ਹੋ ਰਹੇ ਆ, ਲੋਕਾਂ ਤੱਕ ਵਿਚਰ ਰਹੇ ਆ, ਪ੍ਰੈਸ ਨਾਲ ਗੱਲ ਕਰ ਰਹੇ। ਕੱਲ ਵਿਧਾਨ ਸਭਾ ਪਰਿਸਰ ਦੇ ਬਾਹਰ ਧਰਨਾ ਵੀ ਉਹਨਾਂ ਲਾਇਆ ਵਾ। ਸੋ ਉਹਨਾਂ ਨੂੰ ਹੁਣ ਧਮਕੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ। ਸ਼ਾਇਦ ਜਿਨ੍ਹਾਂ ਲੋਕਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਜਾਂ ਉਹਨਾਂ ਦੇ ਸਮਰਥਕ ਨੇ ਜਿਹੜੇ, ਉਹ ਚਾਹੁੰਦੇ ਨੇ ਕਿ ਇਹ ਚੁੱਪ ਕਰਕੇ ਘਰ ਬਹਿ ਜਾਣ, ਰੌਲਾ ਨਾ ਪਾਉਣ, ਤਾਂ ਕਿ ਸਰਕਾਰ 'ਤੇ ਪ੍ਰੈਸ਼ਰ ਨਾ ਬਣੇ। ਸੋ ਉਹਨਾਂ ਨੂੰ ਲਗਾਤਾਰ ਧਮਕੀਆਂ ਆਈਆਂ। ਔਰ ਧਮਕੀਆਂ ਦੇਣ ਵੇਲੇ ਜਿਹੜੇ ਲੋਕ ਨੇ, ਉਹਨਾਂ 'ਚੋਂ ਇੱਕ ਨੂੰ ਕੱਲ ਜਦੋਂ ਮਾਪਿਆਂ ਨੇ ਵਿਧਾਨ ਸਭਾ ਦੇ ਬਾਹਰ ਧਰਨਾ ਦਿੱਤਾ, ਉਸ ਵੇਲੇ ਮਾਨਸਾ ਪੁਲਿਸ ਨੇ ਕਿਹਾ ਕਿ ਇੱਕ ਲੜਕਾ ਜੋਧਪੁਰ ਜ਼ਿਲ੍ਹੇ ਦੇ ਕਿਸੇ ਪਿੰਡ ਦਾ 14 ਸਾਲ ਦਾ ਲੜਕਾ ਜਿਹੜਾ 10ਵੀਂ 'ਚ ਪੜ੍ਹਦਾ ਵਾ, ਉਹਨੂੰ ਗ੍ਰਿਫਤਾਰ ਕਰ ਲਿਆ। ਉਹ ਸਮਾਰਟਫੋਨ ਦੇ ਜ਼ਰੀਏ ਇਹਨਾਂ ਨੂੰ ਧਮਕੀਆਂ ਦੇ ਰਿਹਾ ਸੀ। ਹੁਣ ਇਹ ਪਤਾ ਨਹੀਂ, ਕਿਉਂਕਿ ਧਮਕੀਆਂ ਉਹਨਾਂ ਨੂੰ 5-6 ਵਾਰੀ ਆਈਆਂ ਵਾ, ਕਿ ਇਹ ਹਰ ਧਮਕੀ ਇਸੇ ਤੋਂ ਹੀ ਆ ਰਹੀ ਸੀ ਜਾਂ ਹੋਰ ਵੀ ਲੋਕ ਦੇ ਰਹੇ ਸਨ। ਸੋ ਐਟਲੀਸਟ ਇੱਕ ਬੰਦਾ ਜ਼ਰੂਰ ਫੜਿਆ ਗਿਆ ਵਾ, ਜਿਹਦੀ ਕੱਲ ਗੱਲ SSP ਮਾਨਸਾ ਨਾਨਕ ਸਿੰਘ ਨੇ ਕੱਲ ਗੱਲ ਜਿਹੜੀ ਹੈ ਪ੍ਰੈਸ ਦੇ ਨਾਲ ਸ਼ੇਅਰ ਕੀਤੀ ਹੈ। ਪਰ ਮਾਪਿਆਂ ਨੂੰ ਲੱਗਦਾ ਵਾ ਕਿ ਹਾਲੀ ਵੀ ਇਨਸਾਫ ਨਹੀਂ ਮਿਲ ਰਿਹਾ। ਔਰ ਕਿਉਂਕਿ ਜਾਂਚ ਏਜੰਸੀਆਂ ਨੇ ਕੋਈ ਠੋਸ ਕਦਮ ਨਹੀਂ ਚੁੱਕੇ, ਉਹਨਾਂ ਮੁਤਾਬਕ ਉਹ CBI ਦੀ ਜਾਂਚ ਦੀ ਮੰਗ ਕਰ ਰਹੇ ਆ। ਇੱਕ ਮੰਗ ਇਹ ਵੀ ਉੱਠ ਰਹੀ ਆ ਕਿ ਜਿਹਨਾਂ ਲੋਕਾਂ ਨੇ ਲਿਸਟ ਜਨਤਕ ਕੀਤੀ ਸਿਕਿਉਰਿਟੀ ਸਕੇਲ ਡਾਊਨ ਦੀ, ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ। ਔਰ ਉਹਦੇ 'ਚ ਖਾਸ ਕਰਕੇ ਇੱਕ ਪੱਤਰਕਾਰ ਜਿਹੜੇ ਬਾਹਰਲੇ ਮੁਲਕਾਂ ਤੱਕ ਵੀ ਆਪਣੀ ਖਬਰ ਪਹੁੰਚਾਉਂਦੇ ਰਹੇ ਨੇ, ਜਾਣੇ ਮਾਣੇ ਪੱਤਰਕਾਰ ਨੇ, ਬਲਤੇਜ ਪੰਨੂ, ਉਹਨਾਂ ਦਾ ਵੀ ਨਾਂ ਲਿਆ ਜਾ ਰਿਹਾ ਵਾ। ਔਰ ਉਹ ਕਿਹਾ ਜਾ ਰਿਹਾ ਵਾ ਕਿ ਉਹ ਉਹਨਾਂ ਦੇ ਵਿੱਚ ਸ਼ਾਮਲ ਸਨ ਜਿਹਨਾਂ ਲੋਕਾਂ ਨੇ ਲਿਸਟ ਜਨਤਕ ਕੀਤੀ। ਹੁਣ ਉਹ ਇਨਵੋਲਵਡ ਹੈ ਕਿ ਨਹੀਂ, ਇਹ ਤਾਂ ਤਫਤੀਸ਼ ਹੀ ਦੱਸੂਗੀ। ਲੇਕਿਨ ਕੱਲ ਜਿਹੜੀ ਧਰਨਾ ਸੀ, ਉੱਥੇ ਉਹਨਾਂ ਦਾ ਨਾਂ ਦੁਬਾਰਾ ਲਿਆ ਗਿਆ। ਇਸ ਵੇਲੇ ਉਹ ਮੀਡੀਆ ਐਡਵਾਈਜ਼ਰ ਨੇ ਪੰਜਾਬ ਦੇ ਮੁੱਖ ਮੰਤਰੀ ਦੇ। ਗੁਰਪ੍ਰੀਤ ਸੇਖੋਂ ਬੰਟੂ
ਵੀ ਸਾਡੇ ਨਾਲ ਇਸ ਵੇਲੇ ਫੇਸਬੁੱਕ ਤੇ ਜੁੜ ਗਏ ਨੇ। ਨਾਲ ਦਵਿੰਦਰ ਲੋਪੋਂ ਦਾ ਕਮੈਂਟ ਵੀ ਆਇਆ ਵਾ। ਦਵਿੰਦਰ ਲੋਪੋਂ ਕਹਿ ਰਹੇ ਨੇ ਕਿ ਵੱਖ-ਵੱਖ ਤਰ੍ਹਾਂ ਦੇ ਵਿਚਾਰ ਆ ਰਹੇ ਨੇ, ਸਰਕਾਰ ਵੱਲੋਂ ਵੀ ਭਰੋਸਾ ਦਿੱਤਾ ਗਿਆ ਵਾ। ਸਰਕਾਰ ਵੱਲੋਂ ਪਹਿਲਾਂ ਵੀ ਭਰੋਸਾ ਦਿੱਤਾ ਗਿਆ ਪਰ ਕੱਲ ਬਲਕੌਰ ਸਿੰਘ ਨੇ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਗੱਲ ਬੜੀ ਕਲੀਅਰ ਕਰਤੀ ਹੈ ਕਿ ਅਸੀਂ ਕਾਫੀ ਦੇਰ ਤੋਂ ਰੌਲਾ ਪਾ ਰਹੇ ਹਾਂ, ਅਫਸਰਾਂ ਨੂੰ ਮਿਲ ਰਹੇ ਹਾਂ, ਲੇਕਿਨ ਇਹ ਅਖੀਰੀ ਵਾਰੀ ਹੈ। ਇਸ ਤੋਂ ਬਾਅਦ ਅਸੀਂ ਫਿਰ ਡੋਰ ਟੂ ਡੋਰ, ਘਰ ਘਰ ਜਾ ਕੇ ਆਪਣੀ ਗੱਲ ਜਿਹੜੀ ਹੈ ਲੋਕਾਂ ਦੇ ਨਾਲ ਸਾਂਝੀ ਕਰਾਂਗੇ। ਔਰ ਜੇ ਫਿਰ ਵੀ ਸਾਨੂੰ ਇਨਸਾਫ ਨਾ ਮਿਲਿਆ ਤਾਂ ਉਹਨਾਂ ਦਾ ਕਹਿਣਾ ਵਾ ਕਿ ਉਹ ਫਿਰ ਇੱਕ ਵੱਡਾ ਇਕੱਠ ਕਰਨਗੇ। ਇਕੱਠ ਦੇ ਵਿੱਚ ਜਿਹੜੀਆਂ ਆਪਣੀਆਂ ਮੰਗਾਂ ਵਾ, ਜੋ ਕਹਿਣਾ ਚਾਹੁੰਦੇ ਨੇ, ਉਹ ਸਾਰਿਆਂ ਦੇ ਸਾਹਮਣੇ ਰੱਖਣਗੇ ਔਰ ਫਿਰ ਲੋਕਾਂ ਨੂੰ ਦੱਸਣਗੇ ਵੀ ਸਾਡੀ ਕੀ ਮੰਗ ਆ। ਸੋ ਇੰਝ ਲੱਗ ਰਿਹਾ ਵਾ ਕਿ ਉਹ ਲਗਾਤਾਰ ਉਹ ਮੂਡ 'ਚ ਨਹੀਂ ਹੈਗੇ ਕਿ ਚੁੱਪ ਕਰਕੇ ਘਰ ਬਹਿ ਜਾਣ। ਦੁੱਖ ਬੜਾ ਵੱਡਾ ਵਾ, ਪਰ ਮੈਂ ਫਿਰ ਵੀ ਕਹੂੰਗਾ ਕਿ ਬੜੀ ਜ਼ਰੂਰਤ ਆ, ਬੜਾ ਕਰੇਜ ਆ ਉਹਨਾਂ ਦੇ ਵਿੱਚ ਕਿ ਉਹ ਇਸ ਦੁੱਖ ਦੇ ਬਾਵਜੂਦ ਇਸ ਗੱਲ ਨੂੰ ਚੁੱਕ ਰਹੇ ਨੇ ਔਰ ਲਗਾਤਾਰ ਲੋਕਾਂ ਤੱਕ ਪਹੁੰਚਾ ਰਹੇ ਨੇ। ਇੱਕ ਹੋਰ ਕਾਲ ਲੈ ਕੇ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਹੈਲੋ। ਹਾਂਜੀ ਹਾਂਜੀ ਭਾਈ ਸਾਹਿਬ, ਔਨ 에ਅਰ ਜੇ ਤੁਸੀਂ। ਸੁਣੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਟਾਈਮ ਤੁਹਾਡਾ ਬਹੁਤ ਕੀਮਤੀ ਜੀ। ਸੁਣ ਸਾਹਿਬ, ਇੱਕ ਤੁਸੀਂ ਜ਼ਰੂਰ ਸੋਚੋ, ਠੀਕ ਹੈ ਬਹੁਤ ਹੋਇਆ ਸਾਰਾ ਕੁਝ, ਬੜੀ ਦੁੱਖ ਦੀ ਗੱਲ ਹੈ, ਪਰ ਛੋਟੇ ਵੇਜ ਨੂੰ ਚੈਲੰਜ ਪਹਿਲਾਂ ਬਹੁਤ ਸੀਗੇ। ਇਹ ਮੰਨੋ ਨਾ ਮੰਨੋ, ਇਹਨੇ ਆਪਦੀ ਸਿਕਿਉਰਿਟੀ ਦਾ ਖੁਦ ਪੈਸਾ ਵਾਧੂ ਹੀ ਸਭ ਕੁਝ ਸੀਗਾ ਤੇ ਨਾ ਘਰਦਿਆਂ ਨੇ ਸੋਚਿਆ, ਹੋਇਆ ਮਾੜਾ, ਪਰ ਇਹਨੂੰ ਚੈਲੰਜ ਹੁੰਦੇ ਆਪਣਾ ਪਿੰਡਾਂ 'ਚ ਆਮ ਹੀ ਪਤਾ ਹੈ। ਤੇ ਇਹਨਾਂ ਨੂੰ ਆਪਦੀ ਵੱਡੀ ਕਮੀ ਇਹ ਵੀ ਸੀ, ਇਹਨੇ ਆਪਦੀ ਸਿਕਿਉਰਿਟੀ ਆਪ ਨਹੀਂ ਕੀਤੀ। ਬੰਦੇ ਜਿਹਨੇ ਮਰਜ਼ੀ ਰੱਖ ਸਕਦਾ ਸੀ, ਜਿਹੜਾ ਖਮੇਜਾ ਇਹਨਾਂ ਨੂੰ ਭੁਗਤਣਾ ਪੈ ਗਿਆ ਖੁਦ। ਮਿਹਰਬਾਨੀ ਭਾਈ। ਮਿਹਰਬਾਨੀ। ਭਾਈ ਸਾਹਿਬ ਨੇ ਕਿਹਾ ਕਿ ਉਹਨੂੰ ਸ਼ਾਇਦ ਉਹਦੇ ਵੱਲੋਂ ਆਪਣੇ ਵੱਲੋਂ ਵੀ ਇੱਕ ਨੈਗਲੀਜੈਂਸ, ਕੁਤਾਹੀ ਹੋਈ ਆ ਕਿ ਉਹਨੇ ਆਪਣੀ ਸਿਕਿਉਰਿਟੀ ਕਿਉਂ ਨਹੀਂ ਰੱਖੀ। ਜਦੋਂ ਉਹਨੂੰ ਖਤਰਾ ਸੀ, ਜਦੋਂ ਉਹਨੂੰ ਥ੍ਰੈਟਸ ਆ ਰਹੀਆਂ ਸੀ, ਤਾਂ ਉਹਨੂੰ ਆਪਣੀ ਸਿਕਿਉਰਿਟੀ ਆਪ ਵੀ ਉਹਨੂੰ ਕਰਨੀ ਚਾਹੀਦੀ ਸੀ। ਇਹ ਭਾਈ ਸਾਹਿਬ ਦਾ ਵਿਚਾਰ ਆ। ਮੀਨਵਾਈਲ ਅਵਤਾਰ ਸਿੰਘ ਢਿੱਲੋਂ ਦਾ ਕਮੈਂਟ ਆ, ਉਹ ਕਹਿ ਰਹੇ ਨੇ ਬਹੁਤ ਵੱਡੀ ਸਾਜ਼ਿਸ਼ ਨਾਲ ਕੀਤਾ ਗਿਆ ਕਤਲ ਹੈ, ਇਸੇ ਲਈ ਸਰਕਾਰ CBI ਨੂੰ ਕੇਸ ਨਹੀਂ ਦੇ ਰਹੀ। CBI ਸਾਰਾ ਕੁਝ ਸਾਹਮਣੇ ਲਿਆ ਸਕਦੀ ਹੈ। ਅਵਤਾਰ ਸਿੰਘ ਢਿੱਲੋਂ ਦਾ ਕਮੈਂਟ ਆ। ਸੁਖਵਿੰਦਰ ਸਿੰਘ ਸਿੱਧੂ ਕਹਿ ਰਹੇ ਨੇ ਬਹੁਤ ਮਾੜੀ ਗੱਲ ਹੈ, ਪੁੱਤਰ ਮਰਨ ਉਪਰੰਤ ਵੀ ਇਨਸਾਫ ਲੈਣ ਲਈ ਰੋਲਣਾ ਪੈ ਰਿਹਾ ਵਾ। ਇਹ ਸੁਖਵਿੰਦਰ ਸਿੰਘ ਸਿੱਧੂ ਦਾ ਕਮੈਂਟ ਹੈ। ਖੈਰ, ਬਹੁਤ ਅੱਛੀ ਵਿਚਾਰ ਚਰਚਾ ਹੋਈ ਆ। ਮਸਲਾ ਬੜਾ ਗੰਭੀਰ ਆ, ਬਹੁਤ ਸੀਰੀਅਸ ਗੱਲ ਆ, ਲੇਕਿਨ ਅਸੀਂ ਤੇ ਵਿਚਾਰ ਚਰਚਾ ਹੀ ਕਰ ਸਕਦੇ ਹਾਂ। ਬਾਕੀ ਤੇ ਸਰਕਾਰ ਦੇ ਹੱਥ 'ਚ ਆ, ਜਾਂ ਫਿਰ ਸਰਕਾਰ ਤੋਂ ਬਾਅਦ ਫਿਰ ਪਰਮਾਤਮਾ ਦੇ ਹੱਥ ਦੇ ਵਿੱਚ। ਅੱਜ ਸਾਡੇ ਇੱਥੇ ਹੋਲੀ ਦਾ ਤਿਉਹਾਰ ਆ, ਸੋ ਤੁਹਾਨੂੰ ਸਾਰਿਆਂ ਨੂੰ ਹੋਲੀ ਦੀ ਬਹੁਤ ਬਹੁਤ ਮੁਬਾਰਕ। ਹੋਲੀ ਕਰਕੇ ਜਿਹੜਾ ਸ਼ਾਮ ਦਾ ਪ੍ਰੋਗਰਾਮ ਹੈ ਓਵਰਵਿਊ ਕਰਦਾ ਹੁੰਦਾ ਵਾਂ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ। ਅੱਜ ਬੁੱਧਵਾਰ ਆ, ਅੱਜ ਉਹ ਸ਼ਾਮ ਦਾ ਪ੍ਰੋਗਰਾਮ ਨਹੀਂ ਕਰ ਸਕੂੰਗਾ। ਸੋ ਕੱਲ ਫਿਰ ਸਵੇਰੇ ਮਿਲਾਂਗੇ। ਹੋਲੀ ਖੇਡਿਓ, ਲੇਕਿਨ ਸੇਫ ਖੇਡਿਓ। ਇਹਦੇ ਵਿੱਚ ਕਈ ਵਾਰ ਆਪਣਾ ਨੁਕਸਾਨ ਕਰ ਲਈਦਾ ਵਾ, ਸੋ ਸੇਫ ਖੇਡਿਓ। ਔਰ ਫਿਰ ਆਪਾਂ ਇਸੇ ਤਰ੍ਹਾਂ ਅਗਲੇ ਦਿਨਾਂ 'ਚ ਵੀ ਵਿਚਾਰ ਚਰਚਾ ਕਰਦੇ ਰਹਾਂਗੇ। ਸੋ ਮੈਨੂੰ ਦਿਓ ਹੁਣ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।